ਗੁਰੂ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰਕਾਸਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਭ ਚੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ ਬਹੁ ਬਿਦ ਜਗਤ ਬਨਾਓ ਗਿਆਨ ਪਾਏ ਤੇ ਨਸ਼ਟ ਹੋਏ ਚਹਿਤ ਜੇ ਸਤਿਗੁਰ ਧਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो जिनके भाग बड़े हैं भाई तिन साधु संग मुख जुरे वड्डिया भागां वाले हो के संध्या वेले दे सजे हुए दीवानां च हाजरियां भर के गरीब नवाज सतगुरां दे दर्शन परस रहे हो। पंचमी दे महीना वारी जोड़ मेल सतगुरु नौवें पातशाह दे पावन चरनां च इकत्तर हो के मना रहे हो। जो 1984 दा घल्लूकारा वो दिन चल रहे ने जिन्हां दिनां विच दिल्ली दी सरकार ने हिंदुस्तान दी सरकार ने सतगुरु श्री गुरु रामदास साहब जी महाराज जी दे घर ते गोलियां चलाइयां अकाल तख्त साहब ते तोप दे गोले दागे
ਕੇਵਲ ਦਰਬਾਰ ਸਾਹਿਬ ਤੇ ਹੀ ਹਮਲਾ ਨਹੀਂ ਸੀ ਹੋਇਆ, ਦਰਬਾਰ ਸਾਹਿਬ ਤੋਂ ਇਲਾਵਾ ਹੋਰ ਵੀ ਅਨੇਕਾਂ ਸਤਿਗੁਰਾਂ ਦੇ ਸਥਾਨਾਂ ਤੇ ਹਮਲਾ ਕੀਤਾ ਗਿਆ ਸੀ। ਜਿਸ ਸਥਾਨ ਤੇ ਆਪਾਂ ਜੁੜ ਬੈਠੇ ਹਾਂ, ਸਤਿਗੁਰੂ ਨੌਵੇਂ ਪਾਤਸ਼ਾਹ ਦੇ ਇਸ ਪਾਵਨ ਸਥਾਨ ਤੇ ਵੀ ਹਮਲਾ ਹੋਇਆ। ਸਰੋਵਰ ਦੀ ਪਰਿਕਰਮਾ ਖੂਨ ਦੇ ਨਾਲ ਲੱਥ-ਪੱਥ ਸੀ। ਅਨੇਕਾਂ ਨਿਹੱਥੇ ਗੁਰੂ ਕੇ ਦਰਸ਼ਨ ਕਰਨ ਆਏ ਗੁਰਸਿੱਖਾਂ ਨੂੰ ਸਮੇਂ ਦੀ ਸਰਕਾਰ ਦੇ ਸਿਪਾਹੀਆਂ ਨੇ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ। ਉਹਨਾਂ ਸਾਰੇ ਸ਼ਹੀਦਾਂ ਨੂੰ ਭਾਈ ਅਮਰੀਕ ਸਿੰਘ ਜੀ ਵਰਗੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਨ ਹਨ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਘਰ ਦੀ ਰਾਖੀ ਵਾਸਤੇ ਕੁਰਬਾਨ ਕੀਤਾ। ਬਾਬਾ ਥਾਰਾ ਸਿੰਘ ਜੀ ਵਰਗੇ, ਭਾਈ ਮਹਿੰਗਾ ਸਿੰਘ ਜੀ ਵਰਗੇ ਮਹਾਨ ਯੋਧੇ, ਉਹਨਾਂ ਸਮੂਹ ਯੋਧਿਆਂ ਤੇ ਉਹਨਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਸਕਾਰ ਹੈ। ਔਰ ਇਹ ਐਸਾ ਜ਼ਖਮ ਹੈ ਜਿਹੜਾ ਕਦੇ ਭਰ ਨਹੀਂ ਸਕਦਾ, ਇਹ ਕਦੇ ਭੁਲਾਇਆ ਨਹੀਂ ਜਾ ਸਕਦਾ। ਘੱਲੂਘਾਰੇ ਪੰਥ ਵਿੱਚ ਹੋਰ ਵੀ ਪਹਿਲਾਂ ਹੋਏ, ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ। ਉਹ ਆਮੋ ਸਾਹਮਣੇ ਫੌਜਾਂ ਨੇ ਲੜ ਕੇ ਘੱਲੂਘਾਰੇ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਫਿਰ ਉਹ ਦੁਸ਼ਮਣ ਜਿਹੜੇ ਬੈਰੀ ਜਿਨ੍ਹਾਂ ਨਾਲ ਜੰਗ ਯੁੱਧ ਚੱਲ ਰਿਹਾ ਸੀ, ਉਹਨਾਂ ਦਾ ਹਮਲਾ ਸੀ। ਹਿੰਦੁਸਤਾਨ ਦੀ ਸਰਕਾਰ ਜਿਹਨੇ ਭੁਲਾ ਦਿੱਤਾ ਕਿ ਇਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਗੁਰੂ ਕੇ ਲਾਲਾਂ ਨੇ, ਗੁਰੂ ਕੇ ਸਿੱਖਾਂ ਨੇ ਕੀਤੀਆਂ ਨੇ। ਜਲਾ ਵਤਨੀ ਹੋਈ ਤੇ ਸਭ ਤੋਂ ਵੱਧ ਜਲਾ ਵਤਨ ਗੁਰਸਿੱਖ ਹੋਏ। ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੋਗੀਆਂ ਤੇ ਸਭ ਤੋਂ ਵੱਧ ਗਿਣਤੀ ਸਿੱਖਾਂ ਦੀ। ਫਾਂਸੀ ਦੇ ਫੰਦਿਆਂ ਦੇ ਉੱਤੇ ਝੂਮੇ, ਫਾਂਸੀਆਂ ਤੇ ਚੜ੍ਹੇ, ਦੇਸ਼ ਦੀ ਆਜ਼ਾਦੀ ਵਾਸਤੇ ਤੇ ਸਭ ਤੋਂ ਵੱਧ ਗਿਣਤੀ ਗੁਰਸਿੱਖਾਂ ਦੀ ਹੈ। ਪੂਰੇ ਹਿੰਦੁਸਤਾਨ ਦੇ ਵਿੱਚੋਂ 10 ਔਰ ਕੇਵਲ ਗੁਰੂ ਨਾਨਕ ਦੇ ਸਿੱਖਾਂ ਵਿੱਚੋਂ ਜਿਹੜੇ ਬਿਲਕੁਲ ਥੋੜੀ ਗਿਣਤੀ ਵਿੱਚ ਨੇ, ਉਹਨਾਂ ਚੋਂ 90 ਫਾਂਸੀ ਦੇ ਤਖਤਿਆਂ ਦੇ ਉੱਤੇ ਝੂਲਦੇ ਹੈ। ਇਹੋ ਜਿਹੇ ਮਹਾਨ ਯੋਧਿਆਂ ਦੀ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਆਜ਼ਾਦ ਹੋਏ ਦੇਸ਼ ਨੇ ਹਾਲੇ ਕੁਝ ਕੁ ਸਮਾਂ ਬਤੀਤ ਕੀਤਾ ਸੀ ਤੇ ਅਕਿਰਤ ਘਣਤਾ ਵਿਖਾ ਕੇ ਸਿੱਖਾਂ ਦੇ ਧਰਮ ਸਥਾਨਾਂ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਹਰਿਮੰਦਰ ਸਾਹਿਬ ਤੇ ਗੋਲੀਆਂ ਦਾਗੀਆਂ। ਔਰ ਉਹ ਗੋਲੀਆਂ ਇਕੱਲੇ ਗੁਰੂ ਕੇ ਸਿੱਖਾਂ ਨੂੰ ਨਹੀਂ ਵੱਜੀਆਂ, ਇਹਨਾਂ ਜ਼ਾਲਮਾਂ ਦੀ ਚਲਾਈਆਂ ਹੋਈਆਂ ਗੋਲੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਵਿੰਨ ਕੇ ਪਾਰ ਨਿਕਲ ਗਏ। ਉਹ ਸ਼ਹੀਦੀ ਬੀੜ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਭਾਏਮਾਨ ਹੈ, ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਮਹਾਰਾਜ ਜੀ ਦਾ ਕੀਰਤਨ ਕਰਨ ਵਾਲੇ ਕੀਰਤਨੀਏ ਕੀਰਤਨ ਕਰਦਿਆਂ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ। ਉਹਨਾਂ ਸਮੂਹ ਸ਼ਹੀਦਾਂ ਨੂੰ ਨਮਾਮ ਹੈ, ਨਮਸਕਾਰ ਹੈ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਮਨਾਬਾਦ ਨਗਰ ਵਿੱਚ ਬਾਬਰ ਦੇ ਆਮਦ ਦੀ ਖਬਰ ਦੱਸੀ ਹੈ ਕਿ ਜੋ ਵਰਤਣਾ ਆਉਣ ਵਾਲੇ ਸਮੇਂ 'ਚੋਂ ਵਰਤਾਰਾ। ਬਾਬਰ ਨੇ ਹਮਲਾ ਕੀਤਾ, ਅਮਨਾਬਾਦ ਨਗਰ 'ਚ ਭਾਰੀ ਕਤਲੋਗਾਰਤ ਹੋਈ। ਗਲੀਆਂ ਵਿੱਚ ਖੂਨ ਦੇ ਛਿੱਟੇ ਭਰੇ ਹੋਏ ਨੇ, ਲਾਸ਼ਾਂ ਦੇ ਢੇਰਾਂ ਦੇ ਢੇਰ ਖਿੰਡੇ ਹੋਏ ਨੇ। ਪੂਰਾ ਏਮਨਾਬਾਦ ਨਗਰ ਉਜਾੜ ਕੇ ਅਨੇਕਾਂ ਪਠਾਣਾਂ ਤੇ ਉਹਨਾਂ ਦੀਆਂ ਘਰਵਾਲੀਆਂ ਨੂੰ ਕੈਦ ਕਰਕੇ ਬਾਬਰ ਨੇ ਏਮਨਾਬਾਦ ਨਗਰ ਤੋਂ ਤਕਰੀਬਨ 2 ਕੋਹ ਦੀ ਦੂਰੀ ਤੇ ਡੇਰਾ ਕੀਤਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਰ ਨੂੰ ਮੱਤ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ ਬਹੁ ਵਿਦ ਜਗਤ ਬਣਾਓ। ਹਿਰਦੇ ਦਾ ਜਿਹੜਾ ਦ੍ਰਿੜ ਅਗਿਆਨ ਹੈ ਉਹ ਅਗਿਆਨ ਇਸ ਸਾਰੇ ਜਗਤ ਦੀ ਸਿਰਜਣਾ ਕਰਦਾ। ਇਹ ਜਿਤਨਾ ਵੀ ਸੰਸਾਰ ਦਿਸ ਰਿਹਾ ਇਹ ਸਾਡੇ ਅਗਿਆਨ ਕਰਕੇ ਹੈ। ਜਿਵੇਂ ਨੀਂਦ 'ਚ ਪਏ ਹੋਇਆਂ ਨੂੰ ਸਾਨੂੰ ਸੁਪਨਾ ਦਿਸਦਾ ਹੈ, ਉਹ ਸੁਪਨਾ ਨੀਂਦ ਕਰਕੇ ਆ, ਉੱਦਾਂ ਹੈ ਨਹੀਂ ਉਹ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਸਾਡੇ ਅਗਿਆਨ ਕਰਕੇ ਸਾਨੂੰ ਨਾਨਾ ਤਬ ਨਜ਼ਰ ਆਉਂਦਾ ਹੈ। ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਕਾਲਾ ਹੈ, ਗੋਰਾ ਹੈ, ਬ੍ਰਾਹਮਣ ਹੈ, ਛਤਰੀ ਹੈ। ਇਹ ਸਾਡੇ ਅਗਿਆਨ ਕਰਕੇ ਸਾਨੂੰ ਇਹ ਨਾਨਾ ਤਬ ਨਜ਼ਰ ਆ ਰਿਹਾ ਹੈ। ਸਾਡੇ ਅਗਿਆਨ ਕਰਕੇ ਹੀ ਇਹ ਸਾਰੇ ਸੰਸਾਰ ਦਾ ਬਣਾਓ ਬਣਿਆ ਹੋਇਆ ਹੈ। ਗਿਆਨ ਪਏ ਤੇ ਨਸ਼ਟ ਹੋਏ ਚਹਿਤ ਜਿ ਸਤਿਗੁਰ ਧਿਆਓ। ਜਦੋਂ ਗਿਆਨ ਹੁੰਦਾ ਹੈ ਤਾਂ ਗਿਆਨ ਹੁੰਦਿਆਂ ਪਹਿਲਾਂ ਨਾਨਾ ਤਬ ਤੇ ਅਨੇਕਤਾ ਵਿੱਚ ਇੱਕ ਨਜ਼ਰ ਆਉਣ ਲੱਗ ਪੈਂਦਾ ਵੀ ਇੱਕੋ ਬ੍ਰਾਹਮੀ ਹੈ, ਬਾਕੀ ਇਹ ਸਭ ਨਾਸ਼ਵਾਨ ਹੈ। ਗਿਆਨ ਹੋਣ ਤੇ ਸਾਰਾ ਸੰਸਾਰ ਵਿਲੈ ਹੋ ਜਾਂਦਾ। ਜਿਵੇਂ ਜਾਗਣੇ ਤੇ ਸੁਪਨਾ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਗਿਆਨ ਹੁੰਦਿਆਂ ਇਹ ਸਾਰਾ ਜਗਤ ਵਿਲੈ ਹੋ ਜਾਂਦਾ ਹੈ। ਫਿਰ ਜੈ ਜੈ ਪੇਖੋਂ ਤਹਿ ਹਜੂਰ ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਅਵਸਥਾ ਬਣ ਜਾਂਦੀ ਹੈ। ਐਸਾ ਗਿਆਨ ਹੋਇਆ ਹੀ ਇਸ ਸੰਸਾਰ ਦਾ ਵਿਲੈ ਹੁੰਦਾ ਹੈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐ, ਐ ਸਿੱਖਾ ਜੇ ਤੈਨੂੰ ਗਿਆਨ ਚਾਹੀਦਾ ਹੈ, ਤੂੰ ਚਾਹੁੰਦਾ ਹੈ ਕਿ ਤੈਨੂੰ ਐਸੇ ਤਤਵ ਗਿਆਨ ਦੀ ਪ੍ਰਾਪਤੀ ਹੋਵੇ, ਤਾਂ ਫਿਰ ਤੂੰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਿਆ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਆਪਣੇ ਹਿਰਦੇ ਵਿੱਚ ਧਾਰਨ ਕਰ। ਚੌਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਕਹਿੰਦੇ, ਹੈ ਗੁਰੂ ਅੰਗਦ ਸਾਹਿਬ ਸੁਣੋ ਗੁਰੂ ਨਾਨਕ ਸਾਹਿਬ ਦੀ ਅਗਲੇਰੀ ਕਥਾ। ਸੈਨ ਦੇਖ ਸੇ ਸੰਤ ਸਿਧਾਰੇ। ਕਹਿੰਦੇ ਉਹ ਜਿਹੜੇ ਸਾਧੂ ਸੀ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਬੈਠੇ ਹੋਏ, ਜਦੋਂ ਉਹਨਾਂ ਨੇ ਵੇਖਿਆ ਕਿ ਬਾਬਰ ਦੀਆਂ ਫੌਜਾਂ ਆ ਗਈਆਂ ਨੇ ਤਾਂ ਉਹ ਸੰਤੋ ਸਾਧੂ ਉੱਥੋਂ ਉੱਠ ਕੇ ਚਲੇ ਗਏ। ਸ਼੍ਰੀ ਗੁਰ ਬੈਸ ਰਹੇ ਤੈਂ ਥਾਨਾ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਹੀਂ ਗਏ। ਸਤਿਗੁਰੂ ਜੀ ਉੱਥੇ ਹੀ ਏਮਨਾਬਾਦ ਨਗਰ ਦੀ ਜੂਹ ਵਿੱਚ ਗਰੀਬਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਰਹੇ। ਇੱਕ ਮੈਂ ਸੰਗ ਦੁਤੀਏ ਮਰਦਾਨਾ। ਇੱਕ ਭਾਈ ਬਾਲਾ ਜੀ ਨਾਲ ਹਨ, ਦੂਸਰੇ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਹਨ। ਤੈਂ ਛਿਨ ਏਕ ਮੁਗਲ ਚੱਲ ਆਇਓ। ਸਤਿਗੁਰੂ ਜੀ ਦੇ ਸਮੇਤ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਬੈਠੇ ਨੇ ਕਿ ਇੰਨੇ ਨੂੰ ਇੱਕ ਮੁਗਲ ਜਿਹੜਾ ਬਾਬਰ ਦੇ ਨਾਲ ਚੜ ਕੇ ਆਇਆ ਸੀ, ਇੱਕ ਮੁਗਲ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ। ਹਮੇ ਦੇਖ ਨਿਜ ਦਾਸ ਬੁਲਾਇਓ। ਭਾਈ ਬਾਲਾ ਜੀ ਭਾਈ ਮਰਦਾਨਾ ਜੀ ਹੋਣਾ ਨੂੰ ਵੇਖ ਕੇ ਉਸ ਮੁਗਲ ਨੇ ਆਪਣੇ ਨੌਕਰ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਬੁਲਾਇਆ। ਤਿੰਨਾਂ ਨੂੰ ਬੈਠਿਆਂ ਵੇਖ ਕੇ ਨਾ ਸਤਿਗੁਰਾਂ ਨੂੰ ਮੁਗਲ ਨੇ ਆਪਣਾ ਨੌਕਰ ਆਪਣੇ ਕੋਲ ਬੁਲਾਇਆ। ਤੈਂ ਸੋ ਕਹਿਣ ਲੱਗਿਓ ਬਚ ਐਸੀ। ਉਹ ਮੁਗਲ ਆਪਣੇ ਨੌਕਰ ਨੂੰ ਕਹਿਣ ਲੱਗਾ, ਇਸ ਤਰ੍ਹਾਂ ਹੁਕਮ ਕਰਦਾ, ਇਹ ਮਾਨਵ ਤੀਨੋਂ ਜੇ ਬੈਸੇ। ਕਹਿਣ ਲੱਗਾ ਜਿਹੜੇ ਸਾਹਮਣੇ ਤਿੰਨ ਬੰਦੇ ਬੈਠੇ ਐ, ਸਤਿਗੁਰਾਂ ਦੇ ਸਮੇਤ ਤਿੰਨੇ ਹੀ ਬੈਠੇ ਸੀ। ਮੁਗਲ ਵੇਖ ਕੇ ਨਾ ਆਪਣੇ ਨੌਕਰ ਨੂੰ ਕਹਿੰਦਾ ਹੇ ਗੁਲਾਮ, ਉਹ ਵੇਖ ਸਾਹਮਣੇ ਉਹ ਜਿਹੜੇ ਤਿੰਨ ਬੰਦੇ ਬੈਠੇ ਹਨ, ਸਿਰ ਬੋਝੇ ਧਰ ਕਰੋ ਨਾ ਦੇਰੇ। ਇਹਨਾਂ ਨੂੰ ਭਾਰ ਬਰਦਾਰੀ ਬਣਾਓ, ਇਹ ਵਿਹਲੇ ਬੈਠੇ ਆ ਇੱਥੇ, ਇਹਨਾਂ ਦੇ ਸਿਰ ਤੇ ਪੰਡਾਂ ਲੱਦੋ, ਕਿਉਂਕਿ ਨਗਰ ਲੁੱਟਿਆ ਸੀ ਨਾ, ਬਹੁਤ ਸਾਰਾ ਸਮਾਨ ਸੀ, ਪੰਡਾਂ ਬੰਨੀਆਂ ਹੋਈਆਂ ਸੀ। ਕਹਿੰਦਾ ਇਹਨਾਂ ਨੂੰ ਭਾਰ ਬਰਦਾਰੀ ਬਣਾ ਕੇ ਇਹਨਾਂ ਦੇ ਸਿਰਾਂ ਤੇ ਪੰਡਾਂ ਚੁਕਾਓ ਇਹਨਾਂ ਕੋਲੋਂ, ਇਹ ਵਿਹਲੇ ਬੈਠੇ ਆ ਇੱਥੇ, ਕੀ ਕਰਦੇ ਆ ਸਾਧ?
ਕਹਿੰਦਾ ਇਹਨਾਂ ਤਿੰਨਾਂ ਦੇ ਸਿਰਾਂ ਦੇ ਉੱਤੇ ਭਾਰ ਜਿਹੜਾ ਹੈ ਉਹ ਲੱਦ ਦਿਓ। ਗਹਿਲੇ ਚਲੀਏ ਇਨਕੋ ਡੇਰੇ, ਇਹ ਬਗਾਰੀ ਬਣਾ ਕੇ ਲੈ ਚੱਲੋ ਇਹਨਾਂ ਨੂੰ, ਫੜ ਕੇ ਡੇਰੇ ਤੇ ਜਿੱਥੇ ਆਪਣਾ ਪੜਾਅ ਕਰਨਾ ਉੱਥੇ ਇਹਨਾਂ ਨੂੰ ਲੈ ਚੱਲੋ, ਇਹ ਸਮਾਨ ਚੁੱਕ ਕੇ ਲੈ ਕੇ ਜਾਣਗੇ। ਤਿਨ ਉਠਾਏ ਕਰ ਲੀਨ ਅਗਾਰੀ, ਉਸ ਵੇਲੇ ਉਹ ਜਿਹੜਾ ਨੌਕਰ ਸੀ ਉਹ ਭੱਜ ਕੇ ਸਤਿਗੁਰਾਂ ਵੱਲ ਗਿਆ। ਭਾਈ ਬਾਲੇ ਮਰਦਾਨੇ ਨੂੰ ਕਹਿੰਦਾ ਉੱਠੋ ਬਈ, ਚੱਲ ਕੇ ਉਹ ਵੇਖੋ ਜਨਾਬ ਕਹਿ ਰਹੇ ਨੇ ਤੁਸੀਂ ਸਮਾਨ ਚੁੱਕਣਾ, ਆ ਭਾਰ ਜਿਹੜਾ ਇਹ ਬੋਝਾ ਜਿਹੜਾ ਇਹ ਸਿਰਾਂ ਤੇ ਚੁੱਕ ਕੇ ਲੈ ਕੇ ਜਾਣਾ। ਧਰੇ ਸੀਸ ਪਰ ਭਾਰ ਜੇ ਭਾਰੀ, ਕਹਿੰਦੇ ਚੰਗੀਆਂ ਵੱਡੀਆਂ ਵੱਡੀਆਂ ਪੰਡਾਂ ਸਨ ਭਾਰੀਆਂ, ਉਹ ਇਹਨਾਂ ਨੇ ਭਾਈ ਬਾਲੇ ਤੇ ਭਾਈ ਮਰਦਾਨੇ ਦੇ ਸਿਰਾਂ ਤੇ ਧਰ ਦਿੱਤੀਆਂ। ਮਰਦਾਨੇ ਕੋ ਅਸ ਪਕਰਾਵਾ, ਹਾਂ ਕਹਿੰਦੇ ਭਾਈ ਬਾਲੇ ਦੇ ਸਿਰ ਤੇ ਪੰਡ ਚੁਕਾ ਦਿੱਤੀ, ਔਰ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਘੋੜਾ ਫੜਾ ਦਿੱਤਾ ਵੀ ਤੂੰ ਘੋੜਾ ਲੈ ਕੇ ਚੱਲਣਾ, ਕਿਉਂਕਿ ਘੋੜੇ ਵੀ ਉੱਥੇ ਜਿਹੜੇ ਪਠਾਣਾ ਦੇ ਘੋੜੇ ਸਨ ਉਹ ਵੀ ਇਹ ਲੈ ਕੇ ਜਾ ਰਹੇ ਸੀ। ਭਾਈ ਬਾਲੇ ਨੂੰ ਪੰਡ ਚੁਕਾ ਦਿੱਤੀ ਇੱਕ ਵਜਨ ਦੀ, ਤੇ ਮਰਦਾਨੇ ਨੂੰ ਇੱਕ ਘੋੜਾ ਫੜਾ ਦਿੱਤਾ ਵੀ ਤੂੰ ਘੋੜਾ ਹੱਕ ਕੇ ਲੈ ਕੇ ਜਾਣਾ। ਮੈਂ ਇੱਕ ਬੋਝਾ ਸੀਸ ਉਠਾਵਾ, ਭਾਈ ਬਾਲਾ ਜੀ ਕਹਿੰਦੇ ਇੱਕ ਪੰਡ ਮੈਂ ਆਪਣੇ ਸਿਰ ਤੇ ਚੁੱਕ ਲਈ। ਸ਼੍ਰੀ ਪ੍ਰਭ ਕੇ ਸਿਰ ਧਰਨੇ ਲਾਗੇ, ਕਹਿੰਦੇ ਫਿਰ ਉਹ ਜਿਹੜੇ ਮੁਗਲ ਸੀ ਉਹਨਾਂ ਮਲੇਛਾਂ ਨੇ ਕੀ ਕੀਤਾ, ਇੱਕ ਵੱਡੀ ਪੰਡ ਭਾਰੀ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਧਰਨ ਲੱਗੇ। ਵੱਡੀ ਚੰਗੀ ਪੰਡ ਸੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੀਸ ਤੇ ਰੱਖਣ ਲੱਗੇ। ਮਹਿਮਾ ਲਖੇ ਨਾ ਮੂੜ ਕੋ ਭਾਗੇ, ਮੂਰਖ ਮਾੜੇ ਭਾਗਾਂ ਵਾਲੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਮੁਗਲ। ਇਹ ਨਹੀਂ ਜਾਣਦੇ ਕਿ ਇਹਨਾਂ ਮੁਗਲਾਂ ਵੱਲ ਸਤਿਗੁਰਾਂ ਦੀ ਹਵਾ ਪਈ ਵਗਦੀ ਆ, ਤਾਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਨਹੀਂ ਤਾਂ ਇਹ ਪਠਾਣਾ ਦੇ ਮੂਹਰੇ ਹਾਰ ਕੇ ਪਹਿਲਾਂ ਕਈ ਵਾਰੀ ਵਾਪਸ ਪਰਤੇ ਸਨ। ਮੂਰਖਾਂ ਤੇ ਕੁਭਾਗਿਆਂ ਨੇ, ਮਾੜੇ ਭਾਗਾਂ ਵਾਲਿਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਹੀਂ ਜਾਣੀ। ਦੋਹਰਾ ਇੱਕ ਹੱਥ ਉੱਚੀ ਰਹੀ, ਉੱਪਰ ਸੀਸ ਟਿਕੀ ਨਾ। ਕਹਿੰਦੇ ਜਦੋਂ ਇਹਨਾਂ ਨੇ ਪਾਉਣ ਲੱਗੇ ਤੇ ਜਿਹੜੀ ਪੰਡ ਸਤਿਗੁਰਾਂ ਦੇ ਸੀਸ ਤੇ ਧਰੀ ਤਕਰੀਬਨ ਇੱਕ ਹੱਥ ਮਹਾਰਾਜ ਜੀ ਦੇ ਸੀਸ ਤੋਂ ਉੱਤੇ ਰਹੀ। ਉਹ ਪਾਤਸ਼ਾਹ ਦੇ ਸੀਸ ਨਾਲ ਛੂਈ ਨਹੀਂ, ਉਹ ਵਜਨ ਉਹ ਭਾਰ ਮਹਾਰਾਜ ਜੀ ਦੇ ਸੀਸ ਉੱਤੇ ਨਹੀਂ ਆਇਆ। ਤਕਰੀਬਨ ਇੱਕ ਹੱਥ ਉਹ ਪੰਡ ਮਹਾਰਾਜ ਜੀ ਦੇ ਸੀਸ ਤੋਂ ਉੱਚੀ ਬਣੀ ਰਹੀ। ਚਲੇ ਸੰਗ ਸਹਿਜੇ ਪ੍ਰਭੂ ਜੈ ਡੇਰਾ ਤੈ ਕੀਨ। ਪਾਤਸ਼ਾਹ ਸਹਿਜੇ ਸਹਿਜੇ ਟੁਰੇ ਜਾਂਦੇ ਨੇ, ਪੰਡ ਸਿਰ ਤੋਂ ਹੱਥ ਉੱਚੀ ਆਪਣੇ ਆਪ ਨਾਲ ਨਾਲ ਟੁਰੀ ਜਾਂਦੀ। ਭਾਈ ਬਾਲਾ ਜੀ ਨੇ ਪੰਡ ਚੁੱਕੀ, ਉਹ ਵੀ ਸਹਿਜੇ ਸਹਿਜੇ ਟੁਰੇ ਜਾਂਦੇ ਨੇ। ਭਾਈ ਮਰਦਾਨਾ ਜੀ ਨੇ ਘੋੜੇ ਦੀ ਵਾਗ ਫੜੀ ਆ, ਸਹਿਜੇ ਸਹਿਜੇ ਉਹ ਵੀ ਨਾਲ ਟੁਰੇ ਜਾਂਦੇ ਨੇ। ਜਿੱਥੇ ਮੁਗਲਾਂ ਨੇ ਆਪਣਾ ਡੇਰਾ ਕੀਤਾ ਸੀ ਉਸ ਪਾਸੇ ਵਧੇ ਹਨ। ਚੋਪਈ ਜਬ ਹੀ ਗਮਨੇ ਪੰਥ ਮਝਾਰੀ, ਜਦੋਂ ਰਾਹ ਦੇ ਵਿੱਚ ਪੰਥ ਦੇ ਉੱਤੇ ਟੁਰੇ ਜਾ ਰਹੇ ਨੇ। ਹਮ ਦੋਨੋਂ ਚੱਲ ਜਾਏ ਪਿਛਾਰੀ। ਭਾਈ ਬਾਲਾ ਜੀ ਕਹਿੰਦੇ ਅਸੀਂ ਦੋਵੇਂ ਜਣੇ, ਮੈਂ ਤੇ ਭਾਈ ਮਰਦਾਨਾ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੇ ਸਾਂ। ਬੋਲੇ ਬਚਨ ਸੁਨੋ ਮਰਦਾਨਾ। ਸਤਿਗੁਰੂ ਜੀ ਅੱਗੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਮਰਦਾਨਾ ਜੀ ਸੁਣੋ। ਅਬੇ ਰਬਾਬ ਬਜਾਓ ਸੁਹਾਨਾ। ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਜਿਹੜੀ ਸੀ ਮੋਢੇ ਤੇ ਰੱਖੀ ਹੋਈ ਸੀ, ਮੋਢੇ ਤੇ ਟੰਗੀ ਹੋਈ ਸੀ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਆ, ਰਬਾਬ ਵਜਾਓ। ਪ੍ਰਭ ਜੀ ਕਿਸ ਬਿਦ ਤਾਰ ਬਜਾਵੋ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਰਬਾਬ ਕਿਵੇਂ ਵਜਾਵਾਂ? ਰਬਾਬ ਵਜਾਉਣ ਵਾਸਤੇ ਦੋਵੇਂ ਹੱਥ ਵਿਹਲੇ ਚਾਹੀਦੇ ਨੇ। ਮਹਾਰਾਜ ਰਬਾਬ ਕਿਵੇਂ ਵਜਾਵਾ? ਹੱਥ ਬਿਖੇ ਪਕੜੇ ਅਸ ਲਿਆਵੋ। ਮਹਾਰਾਜ ਹੱਥ ਵਿੱਚ ਤਾਂ ਘੋੜੇ ਦੀ ਵਾਗ ਫੜੀ ਆ, ਘੋੜਾ ਬੜਾ ਬਲੀ ਆ, ਕਾਬੂ ਨਹੀਂ ਆਉਂਦਾ। ਮਹਾਰਾਜ ਦੋਹਾਂ ਹੱਥਾਂ ਨਾਲੇ ਤਾਂ ਘੋੜਾ ਮਸਾਂ ਸਾਂਭਿਆ ਹੋਇਆ, ਤੇ ਪਾਤਸ਼ਾਹ ਘੋੜਾ ਫੜਾਂ ਕਿ ਰਬਾਬ ਵਜਾਵਾਂ, ਦੋਵੇਂ ਕੰਮ ਕਿਵੇਂ ਹੋਣਗੇ?
महाराज किवें रबाब बजावां जे घोड़ा फड़िया होया है। अत चंचल कूदत सो आवत। महाराज घोड़ा बड़ा चंचल है, बली है, कुददा आउंदा मगर पैर नहीं लाउंदा जमीन ते। महाराज मैं तां मसां इहनूं काबू करके लई आउणा ते घोड़ा भी फड़ा ते रबाब बजावा, ये दोवें काम किवें होणगे। महाबली कर जोर थमावत। महाराज जी बड़ा बली घोड़ा, अपने हत्थां दे जोर नाल मैं इहनूं थम के लैके आ रहा। ये छुट जाए ताए कित जाई। जे घोड़ा मेरे हत्थों छुट गया ते भज के किते दूर चला जाएगा, इहने काबू नहीं आउणा, इहने मुड़ के काबू विच वस विच नहीं आउणा। मुगल मार है मेरी ताई। ते महाराज जे घोड़ा भज गया मेरे कोलों ते मुगल मारनगे मैनू। महाराज बड़े मलेच्छ ने, जे घोड़ा मेरे कोलों नठ गया, मेरे कोलों छुट के भज गया ते ये मुगल मैनू मारनगे। वाहिगुरु मुख नामी उचारी। छोड़ो बाज सो आए पिछारी। धन गुरु नानक साहब सच्चे पातशाह कहंदे, मरदानिया घोड़े दा फिक्र ना कर, वाहिगुरु कह के घोड़े दियां वागां छड्ड दे, तेरे पिछे पिछे आपे ही टुरिया आवेगा। सत श्री अकाल। इहदे च बड़ी डूंगी रमज है कि वाहिगुरु कह के घोड़े दियां वागां छड्ड दे, अपने आप ही टुरिया आवेगा मगरे मगर। गुरु नानक की बात में बात बात में बात, जो केले के पात में पात पात में पात। केले दा फल वेखिया होवेगा आप जी ने, जदों लगदा ही है ना फुल जिहा, एक पत्ता फिर दूजा फिर तीजा, विचों पत्ते चों पत्ता निकलदा। इदां गुरु नानक साहब दे बचन विच बचन है। पातशाह संकेत दे रहे ने कि वाहिगुरु कह के अपने मन दियां वागां छड्ड के गुरु दे चरनां च इहनूं समर्पण कर दिओ। जिवें जिवें वाहिगुरु वाहिगुरु करोगे, ये मन रूपी घोड़ा तुहाडे पिछे पिछे अपने आप ही टुरिया आवेगा, नहीं तां इहनूं काबू करना औखा है। तो ये बचन विच भी बचन है। महाराज जी कहते मरदानिया इहदियां वागां छड्ड दे, वाहिगुरु कह के ते तेरे पिछे पिछे टुरिया आवेगा। सुन रजाई को छोरियो बाजा। सतगुरु जी दी आग्ञा सुन के, हुक्म सुन के भाई साहब भाई मरदाना जी ने वाहिगुरु कहा ते घोड़े दियां वागां छड़ दित्तियां। लगियो बजावने आनो बाजा। मोढे तो रबाब लाई है, पातशाह दा हुक्म फरमाया, जेड़ा पातशाह ने कहा सी रबाब वजा, ते भाई साहब भाई मरदाना जी ने रबाब दियां तंदियां छेड़ियां ने। राग आसा दे विच रबाब दियां तंदियां छेड़ियां हन। तै चिन श्री प्रभ ऊंची उचारी। इधर भाई मरदाने ने रबाब दियां तंदियां छेड़ियां, उधरों सतगुरु गुरु नानक साहब जी ने अपने मुखों शब्द गायन करना शुरू किया। इनो शब्द सुराग मजारी। बड़े सोहने राग विच सतगुरां ने शब्द उचारिया। केड़ा राग? आसा राग। खालसा जी, हिंदुस्तान दी शास्त्री संगीत दी पद्धति विच आसा राग नहीं है। आसा राग गुरु नानक साहब ने उच्चारण किया। यह राग गुरु नानक साहब दा बनाया राग है। अमृत वेले दे समय विच राग गायन किया जाता है। यह गुरु नानक साहब ने पातशाह ने स्वीकार किया राग आसा। आसा राग अमृत वेले दा राग है। अमृत वेले आसा जी दी वार दा कीर्तन आसा राग दियां सुरां ते हुंदा है। तो ऐसे सोहणे आसा राग विच गरीब नवाज पातशाह ने बाबर बाणी दा एक होर पावन पवित्र शब्द अपने मुखार बिंद चो उचारण किया है। खालसा जी, इंटरनेशनल कानून है कि जदों फौजां लड़दियां हुंदियां ने किसी देशां दी आमो सामने, वो लड़ाई केवल हथियारबंद फौजां दे विचकार हुंदी है।
ਜਿਹੜੇ ਸਿਵਲੀਅਨ ਨੇ, ਆਮ ਲੋਕ ਸੰਸਾਰ ਦੇ ਵਿੱਚ ਉੱਥੇ ਨਗਰਾਂ ਸ਼ਹਿਰਾਂ 'ਚ ਰਹਿਣ ਵਾਲੇ ਹੁੰਦੇ ਐ, ਉਹਨਾਂ ਉੱਤੇ ਕਿਸੇ ਮਿਲਟਰੀ ਦੀ ਫੌਜ ਦਾ ਹੱਕ ਨਹੀਂ ਕਿ ਉਹ ਆ ਕੇ ਹਮਲਾ ਕਰਨ। ਇਹ ਕਾਨੂੰਨ ਬਾਅਦ ਵਿੱਚ ਬਣਿਆ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 500 ਸਾਲ ਪਹਿਲਾਂ ਇਸ ਕਾਨੂੰਨ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਕਿ ਬਾਬਰ, ਤੇਰੀ ਲੜਾਈ ਫੌਜਾਂ ਦੇ ਸਾਹਮਣੇ ਆਹਮਣੇ ਹੋਣੀ ਚਾਹੀਦੀ ਸੀ, ਪਰ ਤੈਂ ਲੜਾਈ ਏਮਨਾਬਾਦ ਦੇ ਨਗਰ ਦੇ ਘਰਾਂ ਵਿੱਚ ਬੈਠੀਆਂ ਬੀਬੀਆਂ ਤੇ ਔਰਤਾਂ ਨੂੰ ਵੀ ਤੈਂ ਨਹੀਂ ਛੱਡਿਆ। ਉਹਨਾਂ ਉੱਤੇ ਵੀ ਤੇਰੇ ਹਥਿਆਰਬੰਦ ਸੂਰਮਿਆਂ ਨੇ ਹਮਲਾ ਕੀਤਾ। ਇਹ ਯੋਗ ਨਹੀਂ। ਇਹ ਬਾਬਰ ਨੂੰ ਅਕਲ ਦੇਣ ਵਾਸਤੇ, ਮਤ ਦੇਣ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸਰਵਣ ਕਰੀਏ ਜੀ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਸਾ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਖੁਰਾਸਾਨ, ਖੁਰਾਸਾਨ ਖਾਲਸਾ ਜੀ ਅਫਗਾਨਿਸਤਾਨ ਦਾ ਇਹ ਜਿਹੜਾ ਇਲਾਕਾ, ਇਹਨੂੰ ਖੁਰਾਸਾਨ ਦਾ ਇਲਾਕਾ ਕਹਿੰਦੇ ਹੈ। ਉਸ ਖੁਰਾਸਾਨ ਦਾ ਖਸਮਾਨਾ ਮਾਲਕ ਹੋ ਕੇ ਬਾਬਰ, ਪਹਿਲਾਂ ਇਹਨੇ ਖੁਰਾਸਾਨ ਜਿੱਤਿਆ, ਉੱਥੋਂ ਦਾ ਰਾਜ ਕਰਕੇ ਹਾਸਲ, ਫਿਰ ਇਹਨੇ ਹਿੰਦੁਸਤਾਨ ਵੱਲ ਮੂੰਹ ਕਰਕੇ ਹਿੰਦੁਸਤਾਨ ਨੂੰ ਡਰਾਇਆ। ਜਾਂ ਇਸ ਤਰ੍ਹਾਂ ਵੀ ਅਰਥ ਕਰਦੇ ਨੇ, ਖੁਰਾਸਾਨ ਤੋਂ ਚੱਲ ਕੇ ਆਏ ਹੋਏ ਬਾਬਰ ਦਾ ਪੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੀਤਾ, ਔਰ ਹਿੰਦੁਸਤਾਨ ਵਿੱਚ ਬੈਠੇ ਜਿਹੜੇ ਪਠਾਨ ਸਨ, ਲੋਧੀਆਂ ਦਾ ਰਾਜ ਸੀ, ਇਹਨਾਂ ਪਠਾਨਾਂ ਨੂੰ ਪਰਮੇਸ਼ਰ ਨੇ ਆਪਣਾ ਭੈ ਤੇ ਡਰ ਦਿੱਤਾ ਹੈ। ਆਪੇ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਹਿੰਦੇ ਇਹਦੇ ਵਿੱਚ ਜੇ ਕੋਈ ਆਖੇ ਵੀ ਪਰਮੇਸ਼ਰ ਦਾ ਦੋਸ਼ ਹੈ, ਉਹਨੇ ਹਮਲਾ ਕਰਵਾਇਆ ਇਹਨਾਂ ਲੋਕਾਂ ਤੇ, ਪਠਾਨਾਂ ਤੇ ਐਸਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਉਹ ਕਰਤਾ ਪੁਰਖ ਪਰਮੇਸ਼ਰ ਆਪਣੇ ਤੇ ਦੋਸ਼ ਨਹੀਂ ਲੈਂਦਾ। ਜਿਹੋ ਜਿਹੋ ਜੇ ਕਰਮ ਜੀਵ ਕਰਦੇ ਨੇ, ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਜੀਵਾਂ ਨੂੰ ਭੁਗਤਾਉਣਾ, ਇਹ ਪਰਮੇਸ਼ਰ ਦਾ ਬਿਰਧ ਹੈ। ਪਰਮੇਸ਼ਰ ਆਪਣੇ ਸਿਰ ਤੇ ਨਹੀਂ ਲੈਂਦਾ ਕੁਝ। ਜੋ ਜੋ ਜੀਵ ਕਰਦੇ ਨੇ, ਉਹ ਜੀਵਾਂ ਦੇ ਕੀਤੇ ਕਰਮਾਂ ਦਾ ਫਲ ਜੀਵਾਂ ਨੂੰ ਭੋਗਣਾ ਪੈਂਦਾ ਹੈ। ਕਹਿੰਦੇ ਇਹਨਾਂ ਪਠਾਨਾਂ ਨੇ ਆਪ ਹੁਦਰੀਆਂ ਕੀਤੀਆਂ ਸੀ। ਭਾਈ ਮਰਦਾਨੇ ਵਰਗੇ ਮਹਾਂਪੁਰਸ਼ਾਂ ਨੂੰ ਧੱਕੇ ਮਾਰੇ ਸਨ ਇਹਨਾਂ ਪਠਾਨਾਂ ਨੇ। ਇਹ ਪਾਪ ਕਰਮ ਇਹਨਾਂ ਨੇ ਕੀਤੇ ਸਨ। ਇਹਨਾਂ ਪਠਾਨ ਹੰਕਾਰੇ ਹੋਏ ਸਨ। ਇਹਨਾਂ ਦੀ ਆਪਣੀ ਕੀਤੀ ਦਾ ਦੰਡ ਇਹਨਾਂ ਨੂੰ ਮਿਲਿਆ ਕਿ ਜਿਹੜੇ ਮੁਗਲ ਨੇ ਉਹ ਜਮਦੂਤ ਬਣ ਕੇ ਇਹਨਾਂ ਤੇ ਚੜ ਕੇ ਆਏ। ਜਮ ਕਰ ਮੁਗਲ ਚੜਾਇਆ। ਜਿਹੜੇ ਮੁਗਲ ਸਨ ਉਹ ਜਮ ਬਣ ਕੇ ਚੜ ਕੇ ਆਏ ਇਹਨਾਂ ਦੇ ਉੱਤੇ। ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨ ਆਇਆ। ਕਹਿੰਦੇ ਇਤਨੀ ਮਾਰ ਪਈ ਏਮਨਾਬਾਦ ਨਗਰ ਵਿੱਚ ਕਿ ਜੀਵ ਕੁਰਲਾ ਰਹੇ ਨੇ। ਗਲੀਆਂ ਗਲੀਆਂ 'ਚ ਚੀਖ ਝਿਆੜਾ ਪਿਆ ਹੋਇਆ। ਤੇ ਹੇ ਵਾਹਿਗੁਰੂ, ਜਿੰਨੀ ਮਾਰ ਇਹਨਾਂ ਲੋਕਾਂ ਤੇ ਪਈ ਆ, ਕੀ ਵੇਖ ਕੇ ਤੇਰੇ ਮਨ 'ਚ ਦਰਦ ਨਹੀਂ ਆਇਆ? ਇਹ ਸਵਾਲ ਹੈ ਕਿ ਤੇਰੇ ਮਨ 'ਚ ਦਰਦ ਨਹੀਂ ਆਇਆ ਕਿ ਇੰਨੀ ਇਹਨਾਂ ਪਠਾਨਾਂ ਦੇ ਉੱਤੇ ਮਾਰ ਪਈ ਆ, ਇੰਨੀ ਇਹਨਾਂ ਦੇ ਉੱਤੇ ਕਤਲੋ ਗਾਰਤ ਹੋਈ ਹੈ? ਇਹ ਸਵਾਲ ਕੀਤਾ ਹੈ। ਕਰਤਾ ਤੂੰ ਸਭਨਾ ਕਾ ਸੋਈ। ਰਹਾਉ ਦੀਆਂ ਪੰਕਤੀਆਂ 'ਚ ਮਹਾਰਾਜ ਇਸ ਸਵਾਲ ਦਾ ਜਵਾਬ ਵੀ ਦਿੰਦੇ ਨੇ। ਪਾਤਸ਼ਾਹ ਕਹਿੰਦੇ, ਹੇ ਕਰਤਾ ਪੁਰਖ, ਤੂੰ ਸੰਸਾਰ ਦੇ ਸਭਨਾ ਜੀਵਾਂ ਦਾ ਮਾਲਕ ਹੈ। ਜਿਤਨੇ ਸੰਸਾਰ ਦੇ ਜੀ ਜੰਤ ਨੇ, ਇਹਨਾਂ ਸਾਰਿਆਂ ਦਾ ਸਾਈਂ, ਇਹਨਾਂ ਸਾਰਿਆਂ ਦਾ ਸੁਆਮੀ, ਇਹਨਾਂ ਸਾਰਿਆਂ ਦਾ ਕਰਤਾ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੈ। ਜੇ ਸਕਤਾ ਸਕਤੀ ਕੋ ਮਾਰੇ, ਤਾਂ ਮਨ ਰੋਸ ਨਾ ਹੋਈ। ਉੱਤੇ ਬਚਨ ਕਿਹਾ, ਤੈਂ ਕੀ ਦਰਦ ਨਾ ਆਇਆ? ਤੇ ਉਹਦਾ ਜਵਾਬ ਦਿੰਦੇ ਨੇ ਇਸ ਪੰਕਤੀ 'ਚ। ਕਹਿੰਦੇ ਜੇ ਬਲੀ ਬਲੀ ਨੂੰ ਮਾਰੇ, ਜੇ ਤਾਕਤਵਰ ਤਾਕਤਵਰ ਨੂੰ ਮਾਰੇ, ਤੇ ਫਿਰ ਪਰਮੇਸ਼ਰ ਦੇ ਮਨ 'ਚ ਰੋਸ ਨਹੀਂ ਆਉਂਦਾ, ਕਿਉਂਕਿ ਤਾਕਤਵਰ ਨੇ ਤਾਕਤਵਰ ਨੂੰ ਮਾਰਿਆ। ਕਹਿੰਦੇ ਜੇ ਤਾਕਤਵਰ ਤਾਕਤਵਰ ਨੂੰ ਮਾਰੇ, ਬਲਵਾਨ ਬਲਵਾਨ ਨੂੰ ਮਾਰੇ, ਤੇ ਫਿਰ ਪਰਮੇਸ਼ਰ ਦੇ ਮਨ 'ਚ ਰੋਸ ਨਹੀਂ ਜੇ ਆਉਂਦਾ। ਪਰਮੇਸ਼ਰ ਦੇ ਮਨ 'ਚ ਰੋਸ ਕਦੋਂ ਆਉਂਦਾ, ਉਹਦੇ ਬਾਰੇ ਹੁਣ ਜਵਾਬ ਦਿੰਦੇ ਹਨ। ਰਹਾਉ
ਸਕਤਾ ਸੀਓ ਮਾਰੇ ਪੈ ਵਗੈ ਖਸਮੇ ਸਾਪੁਰ ਸਾਈ। ਕਹਿੰਦੇ ਜਦੋਂ ਕੋਈ ਬਲੀ ਸਿਉ ਸ਼ੇਰ, ਸਿਹੋਂ ਦਾ ਮਤਲਬ ਹੁੰਦਾ ਬੱਬਰ ਸ਼ੇਰ, ਸਕਤਾ ਕਹਿੰਦੇ ਨੇ ਬਲੀ ਨੂੰ, ਬਲੀ ਬੱਬਰ ਸ਼ੇਰ ਮਾਰੇ ਪੈ ਵੱਗੈ, ਪੈ ਵੱਗਾ ਕਹਿੰਦੇ ਨੇ ਗਊਆਂ ਦੇ ਵੱਗ ਨੂੰ। ਕਹਿੰਦੇ ਕੋਈ ਬਲੀ ਸ਼ੇਰ ਵਿਚਾਰੀਆਂ ਕਮਜ਼ੋਰ ਗਊਆਂ ਤੇ ਹਮਲਾ ਕਰੇ ਨਾ, ਉਹਨਾਂ ਨੂੰ ਮਾਰਨ ਵਾਸਤੇ ਚੀਰ ਫਾੜ ਕਰਨ ਵਾਸਤੇ ਵਧੇ, ਕਹਿੰਦੇ ਫਿਰ ਪਾਰ ਬ੍ਰਹਮ ਪਰਮੇਸ਼ਰ ਦੇ ਮਨ ਵਿੱਚ ਰੋਸ ਆਉਂਦਾ ਤੇ ਫਿਰ ਉਹ ਪੁਰਸ਼ਾਰਥ ਕਰਦਾ ਹੈ ਕਿ ਉਹਨਾਂ ਨਿਰਬਲ ਤੇ ਕਮਜ਼ੋਰ ਗਊਆਂ ਨੂੰ ਬਚਾਉਣ ਵਾਸਤੇ ਬੱਬਰ ਸ਼ੇਰ ਦੇ ਸਾਹਮਣੇ ਜਾ ਕੇ ਖਲੋ ਕੇ ਉਹਦਾ ਮੁਕਾਬਲਾ ਕਰੇ। ਇਹ ਕਰਤਾ ਪੁਰਖ ਦੀ ਬਾਣ ਹੈ ਕਿ ਜੇ ਬਲਵਾਨ ਕਮਜ਼ੋਰ ਨੂੰ ਮਾਰਨ ਲੱਗੇ ਤੇ ਪਰਮਾਤਮਾ ਕਮਜ਼ੋਰ ਵਾਲੇ ਪਾਸੇ ਖਲੋਂਦਾ। ਗੁਰੂ ਖਾਲਸਾ ਜੀ, ਜੇ ਬਲਵਾਨ ਜਰਵਾਣਾ ਬਣ ਕੇ ਜ਼ਾਲਮ ਬਣ ਕੇ ਕਮਜ਼ੋਰ ਨੂੰ ਮਾਰਨਾ ਚਾਹੇ ਤੇ ਉਸ ਕਮਜ਼ੋਰ ਦੀ ਹਮਾਇਤ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ। ਇਹ ਵੇਖ ਕੇ ਕਿ ਇਹਨਾਂ ਗਰੀਬਾਂ ਤੇ ਨਿਮਾਣਿਆਂ ਨੂੰ ਇਹ ਮੁਗਲ ਲਤਾੜ ਰਹੇ ਨੇ, ਤਾਂ ਉਹਨਾਂ ਨਿਮਾਣਿਆਂ ਤੇ ਗਰੀਬਾਂ ਵੱਲ ਖਲੋ ਕੇ ਕਲਗੀਧਰ ਸੁਆਮੀ ਜੀ ਨੇ ਬਚਨ ਫਰਮਾਏ, ਇਨ ਗਰੀਬ ਸਿੱਖਨ ਕੋ ਦਹਿਉ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਇਹ ਪਰਮੇਸ਼ਰ ਦਾ ਪੁਰਸ਼ਾਰਥ ਹੈ, ਇਹ ਅਕਾਲ ਪੁਰਖ ਦਾ ਪੁਰਸ਼ਾਰਥ ਹੈ ਕਿ ਜਦੋਂ ਕੋਈ ਬਲਵਾਨ ਕਮਜ਼ੋਰ ਨੂੰ ਮਾਰਨ ਲੱਗੇ ਤੇ ਪਰਮੇਸ਼ਰ ਦਾ ਪੁਰਸ਼ਾਰਥ ਕਮਜ਼ੋਰ ਨੂੰ ਬਚਾਉਣ ਵਾਲੇ ਪਾਸੇ ਲੱਗਦਾ ਹੈ। ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨ ਕਾਈ। ਕਹਿੰਦੇ ਕੀਮਤੀ ਜਨਮ ਸੀ ਇਹ ਰਤਨਾਂ ਦੇ ਸਮਾਨ। ਇਹਨਾਂ ਮਲੇਛਾਂ ਨੇ, ਇਹਨਾਂ ਮੁਗਲਾਂ ਤੇ ਪਠਾਣਾਂ ਨੇ ਆਪਣੇ ਉਸ ਕੀਮਤੀ ਜਨਮ ਨੂੰ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਖੁਆਰ ਕਰਕੇ, ਵਿਗੋਏ ਕਹੀਏ, ਵਿਗੁਚਣਾ ਕਰਕੇ ਖੁਆਰ ਕਰ ਲਿਆ ਹੈ। ਕੁੱਤੀ ਮੋਇਆ ਸਾਰ ਨਾ ਕਾਈ, ਕਹਿੰਦੇ ਮਰ ਗਏ ਨੇ। ਕੁੱਤੀ ਦਾ ਭਾਵ ਹੈ ਇਹ ਜਾਤ ਐਸੀ ਸੀ ਇਹਨਾਂ ਦੀ ਨੀਚ, ਇਹਨਾਂ ਪਠਾਣਾਂ ਦੀ, ਕਿ ਜਿਹੜੇ ਮਰ ਗਏ ਨੇ ਹੁਣ, ਜਿਨ੍ਹਾਂ ਦੀ ਸਾਰ ਹੀ ਨਹੀਂ ਪਤਾ ਵੀ ਕਿੰਨੇ ਕੁ ਮਰੇ ਪਏ ਨੇ। ਇਹਨਾਂ ਨੇ ਆਪਣੇ ਜਨਮ ਦੀ ਬਾਜੀ ਨੂੰ ਹਾਰ ਕੇ ਰਤਨ ਰੂਪੀ ਕੀਮਤੀ ਜਨਮ ਨੂੰ ਵਗੋਏ ਕਹੀਏ ਖੁਆਰ ਕਰ ਲਿਆ ਹੈ। ਆਪੇ ਜੋੜ ਵਿਛੋੜੇ ਆਪੇ, ਪਰਮੇਸ਼ਰ ਆਪ ਹੀ ਸੰਜੋਗ ਕਰਕੇ ਜੋੜਦਾ ਤੇ ਆਪ ਹੀ ਪਰਮੇਸ਼ਰ ਵਿਜੋਗ ਕਰਕੇ ਵਿਛੋੜਦਾ ਹੈ। ਵੇਖ ਤੇਰੀ ਵਡਿਆਈ, ਇਹ ਵਾਹਿਗੁਰੂ ਇਹ ਤੇਰੀ ਵਡਿਆਈ ਮੈਂ ਵੇਖਦਾ ਹਾਂ। ਤੂੰ ਆਪ ਹੀ ਜੀਵਾਂ ਦੇ ਕੀਤੇ ਕਰਮਾਂ ਮੁਤਾਬਕ ਸੰਜੋਗ ਬਣਾ ਕੇ ਇਹਨਾਂ ਨੂੰ ਜੋੜਦਾ ਔਰ ਆਪ ਹੀ ਇਹਨਾਂ ਜੀਵਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਇਹਨਾਂ ਨੂੰ ਵਿਛੋੜਦਾ। ਹੇ ਕਰਤਾ ਪੁਰਖ, ਹੇ ਵਾਹਿਗੁਰੂ, ਇਹ ਤੇਰੀ ਵਡਿਆਈ ਹੈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਉਹਨਾਂ ਪਠਾਣਾਂ ਨੇ ਅੱਤ ਚੁੱਕੀ ਹੋਈ ਸੀ। ਮਹਾਰਾਜ ਜੀ ਉਹਨਾਂ ਨੂੰ ਨਾਲ ਚੇਤੇ ਕਰਦਿਆਂ ਕਹਿ ਰਹੇ ਨੇ ਕਿ ਜੇ ਕੋਈ ਇਹ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਵੱਡਾ ਕਹਾਵੇ ਵੀ ਮੈਂ ਵੱਡਾ, ਮੈਂ ਬੜਾ ਬਲੀ ਹਾਂ, ਮੈਂ ਬੜਾ ਤਾਕਤਵਰ ਹਾਂ, ਕਹਿੰਦੇ ਆਪਣੇ ਆਪ ਨੂੰ ਵੱਡਾ ਧਰਾ ਕੇ ਆਪਣਾ ਨਾਮ ਵੀ ਵੱਡਾ ਧਰਾਵੇ ਔਰ ਮਨ ਭਾਉਂਦੇ ਸਾਧ ਕਰੇ, ਯਾਨੀ ਕਿ ਮਨ ਭਾਉਂਦੇ ਭੋਗ ਭੋਗੇ, ਮਨ ਮਰਜ਼ੀ ਦੀਆਂ ਖੁਸ਼ੀਆਂ ਮਾਣੇ, ਮਨ ਮਰਜ਼ੀ ਦੇ ਭੋਗ ਵਿਲਾਸ ਕਰੇ, ਕਹਿੰਦੇ ਐਡਾ ਵੱਡਾ ਆਪਣਾ ਨਾਮ ਧਰਾਵੇ। ਖਸਮੈ ਨਦਰੀ ਕੀੜਾ ਆਵੇ, ਜੇਤੇ ਚੁਗੈ ਦਾਣੇ। ਪਾਤਸ਼ਾਹ ਕਹਿੰਦੇ ਉਸ ਖਸਮ ਮਾਲਕ ਦੀ ਨਿਗਾਹ ਵਿੱਚ ਤਾਂ ਕੀੜਾ ਹੀ ਹੈ ਨਾ, ਜਿੱਡਾ ਵੱਡਾ ਮਰਜ਼ੀ ਘਾਵੇ ਆਪਣੇ ਆਪ ਨੂੰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਸ ਮਾਲਕ ਦੀ ਨਿਗਾਹ ਵਿੱਚ ਤਾਂ ਨਿਗਾਹ ਜਿਹਾ ਕੀੜਾ ਹੀ ਹੈ, ਤੇ ਜਿਹੜੇ ਕਰਮ ਖਾਕ ਭੋਗ ਰਿਹਾ ਪਰਮੇਸ਼ਰ ਦੀ ਨਿਗਾਹ ਵਿੱਚ ਤਾਂ ਕੀੜਾ ਬਣ ਕੇ ਦਾਣੇ ਹੀ ਖਾ ਰਿਹਾ ਆਪਣੇ। ਜਿੱਥੇ ਚੁੱਗੈ ਦਾਣੇ, ਜਿੰਨੇ ਭੋਗ ਪਿਆ ਭੋਗਦਾ, ਪਰਮੇਸ਼ਰ ਦੀ ਨਿਗਾਹ ਵਿੱਚ ਤਾਂ ਆਪਣੇ ਦਾਣੇ ਪਿਆ ਚੁਗਦਾ ਜਿਹੜੇ ਉਹਨੇ ਖਿਲਾਰੇ ਨੇ, ਵੀ ਚੁਗ ਲੈ ਜਿੰਨੇ ਹੈਣ ਤੇਰੇ ਭਾਈ। ਪਰਮੇਸ਼ਰ ਦੀ ਨਿਗਾਹ ਵਿੱਚ ਕੀੜਾ ਹੈ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ,
ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੈ, ਜੇ ਤਿਸ ਨਦਰ ਨ ਆਵਈ, ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸੀ ਦੋਸ। ਪਰਮੇਸ਼ਰ ਦੀ ਨਿਗਾਹ ਵਿੱਚ ਤਾਂ ਫਿਰ ਕੀੜਿਆਂ ਵਿੱਚ ਕੀੜਾ ਹੀ ਹੈ ਨਾ। ਇਹ ਜਿੱਡਾ ਵੱਡਾ ਮਰਜ਼ੀ ਕਹਾਵੇ, ਬੰਦਾ ਕਹਿੰਦਾ ਮੇਰਾ ਨਾਂ ਬੜਾ ਵੱਡਾ, ਤੂੰ ਜਾਣਦਾ ਨਹੀਂ ਮੈਨੂੰ, ਮੇਰਾ ਨਾਂ ਕਿੰਨਾ ਵੱਡਾ, ਕਿੰਨੀ ਦੁਨੀਆ ਦੇ ਲੋਕ ਮੇਰੇ ਬਾਰੇ ਜਾਣਦੇ ਆ। ਵੇਖੀਏ ਤਾਂ ਸਹੀ ਵੀ ਇਹ ਬੰਦਾ ਇਸ ਪੂਰੇ ਬ੍ਰਹਿਮੰਡ ਵਿੱਚ, ਇਹਦਾ ਹਾਸ਼ੀਆ, ਕਦੇ ਮੈਪ ਖੋਲਿਓ ਜੇ ਗੂਗਲ ਤੋਂ, ਉਸ ਮੈਪ ਵਿੱਚ ਆਪਣੇ ਆਪ ਨੂੰ ਲੱਭਿਓ ਵੀ ਕਿਤੇ ਨਜ਼ਰ ਆਉਂਦੇ ਹੋ, ਕਿਤੇ ਆਪਣੀ ਹਸਤੀ ਕਿਤੇ ਦਿਸਦੀ ਆ ਉਹਦੇ ਵਿੱਚ, ਕਿਤੇ ਬਿੰਦੂ ਮਾਤਰ ਵੀ। ਕਿੱਡਾ ਵੱਡਾ ਬ੍ਰਹਿਮੰਡ ਹੈ, ਤੇ ਬੰਦਾ ਕਾਹਦੀਆਂ ਫੋਕੀਆਂ ਟਾਰਾਂ ਆਪਣੇ ਹਿਰਦੇ 'ਚ ਰੱਖ ਕੇ ਹੰਕਾਰ ਵਿੱਚ, ਹੈਂਕੜ ਵਿੱਚ ਫੁੱਲਿਆ ਫੁੱਲਿਆ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਨਿਗਾਹ ਵਿੱਚ ਤਾਂ ਤੂੰ ਕੀੜਾ ਹੀ ਹੈ। ਜਿੰਨੇ ਜੀਵੇ ਕਰਮ ਖਾ ਰਿਹਾ, ਭੋਗ ਰਿਹਾ, ਉਹਦੀ ਨਿਗਾਹ ਵਿੱਚ ਦਾਣੇ ਖਾ ਰਿਹਾ। ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸੱਜਣਾ ਜੇ ਤੂੰ ਆਪਣੇ ਆਪੇ ਨੂੰ ਮਾਰ ਕੇ ਜੀਵੇਂ, ਮਰ ਜੀਵੇ, ਜੇ ਆਪਣੇ ਆਪੇ ਨੂੰ ਮਾਰ ਕੇ ਮਰ ਕੇ ਫੇਰ ਜੀਵੇਂ, ਤੇ ਫਿਰ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਸਨਾ ਤੋਂ ਵਖਾਣੇ, ਤੂੰ ਤਾਂ ਜਿਉਂਦਾ, ਨਹੀਂ ਤਾਂ ਤੂੰ ਮਰਿਆਂ ਦੇ ਤੋਲੀ ਹੈ। ਆਪਣੇ ਆਪੇ ਨੂੰ ਮਾਰ ਕੇ ਪਰਮੇਸ਼ਰ ਦਾ ਨਾਮ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੂੰ ਵਖਾਣੇ, ਤੂੰ ਤਾਂ ਜਿਉਂਦਾ ਹੈ। ਚੌਪਈ ਇਹ ਪਾਵਨ ਸ਼ਬਦ ਮਹਾਰਾਜ ਜੀ ਨੇ ਰਾਗ ਆਸਾ ਵਿੱਚ ਉਚਾਰਨ ਕੀਤਾ ਹੈ। ਇਸ ਬਿਦ ਗਾਵਤ ਮਾਰਗ ਜਾਈ। ਪਾਤਸ਼ਾਹ ਸ਼ਬਦ ਗਾਉਂਦੇ ਜਾਂਦੇ ਨੇ, ਸਿਰ ਤੇ ਪੰਡ ਇੱਕ ਹੱਥ ਉੱਚੀ ਆਪਣੇ ਆਪ ਟੁਰੀ ਜਾਂਦੀ। ਭਾਈ ਸਾਹਿਬ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਘੋੜਾ ਉਹਨਾਂ ਦੇ ਪਿੱਛੇ ਪਿੱਛੇ ਟੁਰਿਆ ਆਉਂਦਾ, ਤੇ ਸਤਿਗੁਰੂ ਕੀਰਤਨ ਕਰਦਿਆਂ ਜਾ ਰਹੇ ਨੇ। ਸਦਾ ਏਕ ਰਸ ਆਨੰਦ ਮਾਈ। ਐਸੇ ਸਤਿਗੁਰੂ ਜੀ ਜਿਹੜੇ ਸਦਾ ਹੀ ਇੱਕ ਰਸ ਆਨੰਦ 'ਚ ਟਿਕੇ ਰਹਿੰਦੇ ਨੇ, ਇੱਕ ਰਸ ਆਨੰਦ ਵਿੱਚ। ਸਾਡਾ ਆਨੰਦ ਕਦੇ ਸਾਡੇ ਹਿਰਦੇ 'ਚ ਬਣ ਜਾਂਦਾ, ਕਦੇ ਚਲਿਆ ਜਾਂਦਾ, ਸਦਾ ਤਾਂ ਨਹੀਂ ਰਹਿੰਦਾ। ਕੋਈ ਪਦਾਰਥ ਖਾਣ ਲੱਗ ਪਓ, ਪਹਿਲੀਆਂ 5-7 ਚੀਜ਼ ਗੁਰਾਈਆਂ ਜੀਆਂ ਤੋੜ ਕੇ ਖਾਓਗੇ, ਚੰਗੀਆਂ ਲੱਗਣਗੀਆਂ, ਉਸ ਤੋਂ ਬਾਅਦ ਆਨੰਦ ਆਉਣਾ ਖਤਮ। ਕੋਈ ਚੀਜ਼ ਵੇਖਣ ਲੱਗ ਪਓ, 2-4 ਮਿੰਟ 5 ਮਿੰਟ 10 ਮਿੰਟ ਵੇਖਣ ਤੋਂ ਬਾਅਦ ਆਨੰਦ ਖਤਮ। ਕੁਝ ਸੁਣਨ ਲੱਗ ਪਓ, ਸੁਣਦਿਆਂ ਕੁਝ ਸਮੇਂ ਲਈ ਆਨੰਦ ਆਵੇਗਾ, ਮੁੜ ਕੇ ਮਨ ਦਾ ਆਨੰਦ ਖਤਮ। ਗੁਰੂ ਖਾਲਸਾ ਜੀ ਚੰਗਾ ਕੱਪੜਾ ਪਾ ਲਓ, ਤੇ ਪਾ ਕੇ ਮਨ ਵਿੱਚ ਥੋੜੇ ਜਿਹੇ ਸਮੇਂ ਲਈ ਖੁਸ਼ੀ ਤੇ ਆਨੰਦ, ਮੁੜ ਕੇ ਸਮਾਪਤ ਸदैवी ਤਾਂ ਨਹੀਂ ਰਹਿੰਦਾ। ਸਾਰੇ ਦਿਨ ਵਿੱਚ ਕਈ ਵਾਰੀ ਕਈ ਚੀਜ਼ਾਂ 'ਚੋਂ ਆਨੰਦ ਆਉਂਦਾ ਤੇ ਨਾਲ ਸਮਾਪਤ ਹੋ ਜਾਂਦਾ। ਇੱਕ ਆਨੰਦ ਐਸਾ ਹੈ ਜਿਹੜਾ ਸदैवी ਹੈ, ਔਰ ਇੱਕ ਰਸ ਨਿਰੰਤਰ ਇੱਕੋ ਜਿਹਾ ਬਣਿਆ ਰਹਿੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠਿਆਂ ਵੀ ਉਹ ਆਨੰਦ ਬਣਿਆ ਹੋਇਆ। ਉਹ ਆਨੰਦ ਵਿੱਚ ਰੰਚਕ ਭਰ ਵੀ ਫਰਕ ਨਹੀਂ ਹੈ। ਉਬਲਦੀ ਹੋਈ ਦੇਗ ਦੇ ਪਾਣੀ ਵਿੱਚ ਵੀ ਇੱਕ ਰਸੋ ਆਨੰਦ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਐਸਾ ਆਨੰਦ ਹੈ ਜੋ ਸਦਾ ਇੱਕ ਰਸ ਬਣਿਆ ਰਹਿੰਦਾ। ਜਿਵੇਂ ਤੇਲ ਦੀ ਧਾਰਾ ਇੱਕ ਵੱਤ ਚੱਲਦੀ ਹੈ ਨਾ, ਇਉਂ ਸਦਾ ਇੱਕ ਰਸ ਆਨੰਦ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਹੈ। ਲੋਕ ਬਿਲੋਕਤ ਬੋ ਬਿਸਮਾਏ। ਜਦੋਂ ਸਤਿਗੁਰੂ ਜੀ ਲੰਘ ਰਹੇ ਨੇ, ਲੋਕ ਵੇਖ ਰਹੇ ਨੇ, ਆਲੇ ਦੁਆਲੇ ਸਿਪਾਹੀ ਵੇਖਦੇ ਨੇ, ਮੁਗਲ ਵੇਖਦੇ ਨੇ, ਉਹ ਵੇਖ ਕੇ ਹੈਰਾਨ ਹੋ ਰਹੇ ਨੇ। ਇਹੋ ਅਚਰਜ ਕਛ ਲਖਿਓ ਨ ਜਾਏ। ਕਹਿੰਦੇ ਕੀ ਅਚਰਜ ਹੈ, ਕੁਝ ਸਮਝ ਨਹੀਂ ਪਈ ਆਉਂਦੀ। ਕੁਝ ਅਚਰਜ ਕਹਿੰਦੇ ਉਹਨੂੰ ਨੇ ਜਿਹੜਾ ਸਮਝ ਵਿੱਚ ਨਾ ਆਵੇ। ਗੁਰੂ ਨਾਨਕ ਸਾਹਿਬ ਅਚਰਜ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਅਚਰਜ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅਚਰਜ ਨੇ। ਅਚਰਜ ਨੇ ਇਸੇ ਕਰਕੇ ਕਹਿੰਦੇ ਆ ਵਾਹੇ ਗੁਰੂ। ਵਾਹੇ ਨਾਮ ਹੈ ਹੀ ਅਚਰਜ ਦਾ। ਤੋ ਸਤਿਗੁਰੂ ਜੀ ਦੀ ਐਸੀ ਅਚਰਜ ਖੇਡ ਨੂੰ ਵੇਖ ਕੇ ਲੋਕ ਅਚਰਜ ਹੋ ਰਹੇ ਨੇ ਤੇ ਕਹਿੰਦੇ
एक ऐसा आश्चर्य है समझ नहीं आउंदी। सिर ते कर ऊंचो है पारा। कहते पंड चुकी हुई सिर ते है गुरु नानक साहब ने, पर ਉਹ ਪੰਡ ਸਿਰ ਤੋਂ ਇੱਕ ਹੱਥ ਉੱਚੀ ਨਜ਼ਰ ਆਉਂਦੀ ਹੈ। ਬੋਰੋ ਚੱਲਿਓ ਜਾਏ ਸੰਘਾਰਾ। ਫਿਰ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਸੰਗੀ ਜਾ ਰਹੇ ਨੇ, ਦੂਸਰ ਕੇ ਐ ਤੁਰੰਗ ਪਿਛਾਰੀ। ਜਿਹੜਾ ਇਹਨਾਂ ਦਾ ਦੂਜਾ ਸੇਵਕ ਰਬਾਬ ਪਿਆ ਵਜਾਉਂਦਾ, ਉਹਦੇ ਪਿੱਛੇ ਘੋੜਾ ਆਪਣੇ ਆਪ ਟੁਰਿਆ ਜਾਂਦਾ ਮਸਤ ਹੋਇਆ। ਇਹਨਾਂ ਬਲੀ ਘੋੜਾ ਉਹ ਪਿੱਛੇ ਪਿੱਛੇ ਟੁਰਿਆ ਜਾ ਰਿਹਾ ਹੈ। ਚਲਿਓ ਜਾਤ ਬਿਨ ਗਏ ਮੁਹਾਰੀ। ਔਰ ਕਹਿੰਦੇ ਬਿਨਾਂ ਉਹਦੇ ਮੂੰਹ ਤੋਂ ਫੜਿਆ, ਬਿਨਾਂ ਉਹਦੀ ਲਗਾਮ ਤੋਂ ਫੜਿਆ ਉਹ ਟੁਰਿਆ ਜਾ ਰਿਹਾ ਹੈ। ਕੇਤਕ ਕਈ ਸੰਤ ਇਹ ਕੋਈ। ਕਈ ਕਹਿੰਦੇ ਜਾਪਦਾ ਹੈ ਕੋਈ ਪੂਰਨ ਵਲੀ ਸੰਤ ਨੇ। ਕਈ ਲੋਕ ਗੱਲਾਂ ਕਰਦੇ, ਕਹਿੰਦੇ ਜਾਪਦਾ ਹੈ ਇਹ ਕੋਈ ਪੂਰਨ ਬਲੀ ਸੰਤ ਹਨ। ਕਿਦੋਂ ਖੁਦਾਏ ਆਪ ਹੀ ਹੋਈ। ਕਈ ਕਹਿੰਦੇ ਕਿਤੇ ਐਸਾ ਤਾਂ ਨਹੀਂ ਕਿ ਖੁਦਾ ਆਪ ਆਇਆ ਹੋਵੇ ਸਾਡੇ ਸਾਨੂੰ ਬਾਬਰ ਦੇ ਜਬਰ ਤੋਂ ਬਚਾਉਣ ਲਈ। ਕਈ ਗੱਲਾਂ ਕਰਦੇ, ਕਹਿੰਦੇ ਕਿਤੇ ਐਸਾ ਤਾਂ ਨਹੀਂ ਕਿ ਖੁਦਾ ਆਪ ਆਇਆ ਹੋਵੇ ਸਾਨੂੰ ਬਾਬਰ ਦੇ ਜਬਰ ਤੋਂ ਬਚਾਉਣ ਲਈ। ਅਤ ਸਮਰੱਥ ਅਜ਼ਮਤ ਮੈਂ ਭਾਰੀ। ਇਹ ਤਾਂ ਅਤੀ ਸਮਰੱਥ ਨੇ, ਅਜ਼ਮਤ ਵਿੱਚ ਕਲਾ ਵਿੱਚ ਭਾਰੀ ਹਨ। ਐਸੇ ਕਬ ਨੇ ਪਿਖਾ ਅਗਾਰੀ। ਕਹਿੰਦੇ ਕਦੇ ਐਸਾ ਕੋਈ ਅਜ਼ਮਤੀ ਪੁਰਸ਼ ਅਸੀਂ ਪਹਿਲਾਂ ਨਹੀਂ ਵੇਖਿਆ। ਹੱਥ ਬੰਦ ਕੇ ਬੰਧਨ ਕਰਈ। ਉਹ ਲੋਕ ਹੱਥ ਬੰਨ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੰਦਨਾ ਕਰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨਮਸਕਾਰਾਂ ਕਰਦੇ ਹਨ। ਚਰਨ ਕਮਲ ਮੈਂ ਸ਼ਰਧਾ ਧਰਈ। ਸਭ ਦੇ ਮਨਾਂ ਵਿੱਚ ਸਤਿਗੁਰਾਂ ਦੇ ਚਰਨ ਕਮਲਾਂ ਤੇ ਸ਼ਰਧਾ ਹੈ। ਮਹਾਰਾਜ ਜੀ ਦੇ ਚਰਨ ਕਮਲਾਂ ਤੇ ਪੂਰਨ ਸ਼ਰਧਾ ਵਿਸ਼ਵਾਸ ਰੱਖਦੇ ਨੇ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ। ਇਸ ਪ੍ਰਕਾਰ ਚਲਦਿਆਂ ਚਲਦਿਆਂ ਜਿੱਥੇ ਉਹ ਮੁਗਲ ਦਾ ਡੇਰਾ ਸੀ ਨਾ, ਮਹਾਰਾਜ ਜੀ ਉਸ ਮੁਗਲ ਦੇ ਡੇਰੇ ਤੇ ਪਹੁੰਚੇ ਹਨ। ਆਵਤ ਮੁਗਲ ਤਿਸੀ ਨੇ ਹੀਰੇ। ਜਿਹੜੇ ਮੁਗਲ ਨੇ ਭਾਰ ਚਕਾਇਆ ਸੀ ਨਾ, ਉਹਦੀ ਨਿਗਾਹ ਵੀ ਸਤਿਗੁਰਾਂ ਤੇ ਪੈ ਗਈ। ਇਸ ਵਿਦੇ ਅਚਰਜ ਲਖਿਓ ਤਮਾਸ਼ਾ। ਮੁਗਲ ਵੀ ਵੇਖ ਕੇ ਹੈਰਾਨ ਹੋਇਆ ਵੀ ਇਹ ਕੈਸਾ ਅਚਰਜ ਤਮਾਸ਼ਾ ਹੈ। ਘੋੜਾ ਸੇਵਕ ਦੇ ਪਿੱਛੇ ਪਿੱਛੇ ਟੁਰਿਆ ਆਉਂਦਾ ਮਰਦਾਨੇ ਦੇ, ਔਰ ਜਿਹੜੇ ਫਕੀਰ ਨੇ ਅੱਗੇ ਇਹਨਾਂ ਦੇ ਸਿਰ ਤੇ ਪੰਡ ਇੱਕ ਹੱਥ ਉੱਚੀ ਨਾਲ ਨਾਲ ਚੁੱਕੀ ਆ ਰਹੀ ਹੈ। ਇਹ ਕਿਹੋ ਜਿਹੀ ਅਚਰਜ ਖੇਡ ਹੈ, ਮੁਗਲ ਨੂੰ ਸਮਝ ਨਹੀਂ ਆ ਰਹੀ। ਗਇਓ ਦੌਰ ਬਾਬਰ ਕੇ ਪਾਸਾ। ਉਹ ਮੁਗਲ ਭੱਜ ਕੇ ਗਿਆ ਬਾਬਰ ਕੋਲ, ਕਿਉਂਕਿ ਮੁਗਲਾਂ ਨੂੰ ਇਹ ਵੀ ਭੁਲੇਖਾ ਸੀ ਪਾਇਆ ਹੋਇਆ ਇਹਨਾਂ ਪਠਾਣਾ ਨੇ ਕਿ ਜੀ ਉਹਨਾਂ ਕੋਲ ਬੜੇ ਬੜੇ ਅਜਮਤੀ ਫਕੀਰ ਨੇ, ਉਹ ਮੁਗਲਾਂ ਦੀਆਂ ਅੱਖਾਂ ਬੰਨ੍ਹ ਕੇ ਉਹਨਾਂ ਨੂੰ ਅੰਨੇ ਕਰ ਲੈਣਗੇ। ਹੁਣ ਉਹ ਡਰਿਆ ਹੋਇਆ ਸੀ ਵੀ ਕਿਤੇ ਉਹੀ ਫਕੀਰ ਤਾਂ ਨਹੀਂ ਕੋਈ ਆ ਗਿਆ ਐਸਾ। ਤੋ ਮੁਗਲ ਭੱਜ ਕੇ ਬਾਬਰ ਨੂੰ ਖਬਰ ਦੇਣ ਵਾਸਤੇ ਗਿਆ। ਨਿਕਟ ਬੈਠ ਕੇ ਗਿਰਾ ਉਚਾਰੀ। ਬਾਬਰ ਦੇ ਕੋਲ ਜਾ ਕੇ ਉਹ ਮੁਗਲ ਬੋਲਿਆ, ਕਹਿਣ ਲੱਗਾ, ਇੱਕ ਦਰਵੇਸ਼ ਹੈ ਬੰਦ ਮਝਾਰੀ। ਕਹਿਣ ਲੱਗਾ ਜੀ ਇੱਕ ਬੰਦੀ ਖਾਨੇ ਦੇ ਵਿੱਚ ਅਸੀਂ ਇੱਕ ਦਰਵੇਸ਼ ਲਿਆਂਦਾ, ਉਹ ਦਰਵੇਸ਼ ਹੀ ਜਾਪਦਾ। ਦੋਹਰਾ ਅਚਰਜ ਸਭ ਅਵਲੋਕਿਓ ਅਤ ਅਜ਼ਮਤ ਮੈਂ ਪੂਰ। ਅਸੀਂ ਉਹਦੀ ਇੱਕ ਅਜ਼ਮਤ ਵੇਖੀ ਆ, ਬੜਾ ਅਚਰਜ ਰੂਪੀ ਅਜ਼ਮਤ ਵੇਖੀ ਹੈ ਕਿ ਉਹ ਅਜ਼ਮਤ ਦੇ ਨਾਲ ਭਰਿਆ ਹੋਇਆ ਜਾਪਦਾ। ਬੋਝ ਦਿਓ ਸਿਰ ਤਾਹੀਂ ਕੇ ਰਿਓ ਏਕ ਕਰ ਦੂਰ। ਅਸੀਂ ਉਹਨਾਂ ਦੇ ਸਿਰ ਉੱਤੇ ਭਾਰ ਚੁਕਾਇਆ ਸੀ, ਔਰ ਉਹ ਭਾਰ ਦੀ ਪੰਡ ਉਹਨਾਂ ਦੇ ਸਿਰ ਤੋਂ ਤਕਰੀਬਨ ਇੱਕ ਹੱਥ ਉੱਚੀ ਰਹੀ ਹੈ। ਬਾਬਰ ਉਹਨਾਂ ਦੇ ਸੀਸ ਨਾਲ ਸਪਰਸ਼ ਨਹੀਂ ਕਰ ਸਕੀ। ਜੋ ਪਈ ਏਕ ਡੂਮੈ ਜਾਂ ਕੇ ਸੰਗਾ। ਉਹਨਾਂ ਦੇ ਨਾਲ ਜਿਹੜੇ ਉਹ ਦਰਵੇਸ਼ ਨੇ, ਉਹਨਾਂ ਨਾਲ ਇੱਕ ਮਰਾਸ਼ੀ ਵੀ ਹੈ। ਭਾਈ ਮਰਦਾਨੇ ਬਾਰੇ ਕਹਿ ਰਿਹਾ, ਉਹਨਾਂ ਨਾਲ ਇੱਕ ਡੂਮ ਮਰਾਸ਼ੀ ਵੀ ਹੈ। ਤੈਂ ਪੀਛੇ ਚੱਲ ਜਾਏ ਤੁਰੰਗਾ। ਇਹ ਅੜਬ ਘੋੜਾ ਸੀ ਜਿਹੜਾ ਅਸੀਂ ਉਸ ਨੂੰ ਫੜਾਇਆ ਸੀ ਵੀ ਤੂੰ ਲੈ ਕੇ ਚੱਲ। ਪਤਾ ਨਹੀਂ ਕੀ ਆ ਉਹਨਾਂ ਵਿੱਚ। ਉਹ ਘੋੜਾ ਇਉਂ ਸਾਊ ਜੀ ਬੱਕਰੀ ਬਣ ਕੇ ਉਹਨਾਂ ਦੇ ਪਿੱਛੇ ਪਿੱਛੇ ਬਿਨਾਂ ਵਾਗ ਫੜਿਆ ਟੁਰਿਆ ਜਾ ਰਿਹਾ ਹੈ। ਕਰਤ ਬੰਦਗੀ ਤਹਾਂ ਖੁਦਾਏ। ਆਉਂਦੇ ਆਉਂਦੇ ਉਹ ਕੁਝ ਗਾਉਂਦੇ ਆਉਂਦੇ ਸੀ। ਖਬਰੇ ਕੀ ਗਾਉਂਦੇ ਨੇ,
ਪਰ ਇਉਂ ਜਾਪਦਾ ਵੀ ਕੋਈ ਖੁਦਾ ਦੀ ਬੰਦਗੀ ਗਾ ਰਹੇ ਨੇ। ਕੁਝ ਗਾ ਰਹੇ ਸੀ, ਮੈਨੂੰ ਸਮਝ ਨਹੀਂ ਆਈ। ਏਦਾਂ ਕਹਿ ਰਹੇ ਸਨ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਪਰ ਮੈਨੂੰ ਨਹੀਂ ਸੀ ਸਮਝ ਆਉਂਦੀ। ਪਰ ਮੈਨੂੰ ਇਉਂ ਜਾਪਦਾ ਵੀ ਉਹ ਕੋਈ ਖੁਦਾ ਦੀ ਬੰਦਗੀ ਕਰਦੇ ਆਉਂਦੇ ਸਨ। ਆਪ ਬਿੱਲੂ ਕੋ ਚੱਲ ਤੈਂ ਥਾਈ, ਏ ਬਾਬਰ ਚੱਲ, ਤੂੰ ਆਪ ਚੱਲ ਕੇ ਉਸ ਦਰਵੇਸ਼ ਨੂੰ ਵੇਖ, ਉਸ ਜਗ੍ਹਾ ਤੇ ਜਿੱਥੇ ਬੰਦੀ ਖਾਨੇ ਵਿੱਚ ਉਹਨਾਂ ਨੂੰ ਅਸੀਂ ਰੱਖਿਆ। ਇਹ ਸੁਣ ਬਾਬਰ ਬਚਨ ਬਖਾਨਤ, ਇਹ ਸੁਣ ਕੇ ਬਾਬਰ ਬੋਲਿਆ, ਪੂਰਬ ਜੇ ਮੈਂ ਇਸ ਬਿਦ ਜਾਣਤ। ਇੱਕਦਮ ਡਰਿਆ ਵੀ, ਕਹਿੰਦਾ ਜੇ ਮੈਨੂੰ ਪਤਾ ਹੁੰਦਾ, ਜੇ ਮੈਂ ਇਸ ਗੱਲ ਬਾਰੇ ਜਾਣਦਾ ਹੁੰਦਾ। ਇਸ ਪੁਰ ਕੋ ਨੇ ਮਾਰਤ ਧਾਈ, ਇਸ ਨਗਰ ਵਿੱਚ ਇਹੋ ਜਿਹੇ ਮਹਾਂਪੁਰਸ਼ ਰਹਿੰਦੇ ਆ ਤੇ ਮੈਂ ਕਦੇ ਇਸ ਨਗਰ ਨੂੰ ਨਾ ਉਜਾੜਦਾ, ਕੱਲਾ ਪਠਾਣਾ ਨਾਲ ਹੀ ਲੜਦਾ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਐਸੇ ਮਹਾਂਪੁਰਸ਼ ਨੇ ਇਸ ਨਗਰ ਵਿੱਚ, ਤਾਂ ਮੈਂ ਇਸ ਨਗਰ ਨੂੰ ਨਾ ਮਾਰਦਾ। ਜਿਸ ਮੈਂ ਅਸ ਦਰਵੇਸ਼ ਰਹਾਈ, ਜਿਸ ਨਗਰ ਵਿੱਚ ਐਸੇ ਦਰਵੇਸ਼ ਮਹਾਂਪੁਰਸ਼ ਰਹਿੰਦੇ ਹਨ। ਆਵਨ ਕੋ ਤਿਆਰ ਪਾਸੋਈ, ਬਾਬਰ ਨੇ ਤਿਆਰੀ ਕੀਤੀ, ਕਹਿੰਦਾ ਚੱਲ ਕੇ ਜ਼ਰੂਰ ਮਿਲਣਾ ਚਾਹੀਦਾ ਐਸੇ ਮਹਾਂਪੁਰਸ਼ਾਂ ਨੂੰ, ਐਸੇ ਦਰਵੇਸ਼ ਫਕੀਰ ਨੂੰ ਜਾ ਕੇ ਜ਼ਰੂਰ ਮਿਲਣਾ ਚਾਹੀਦਾ। ਗੁਰੂ ਕਥਾ ਸੁਣੀਏ ਜੋ ਹੋਈ। ਇਹ ਤਾਂ ਸੀ ਉਧਰ ਬਾਬਰ ਦੀ ਵਾਰਤਾ। ਇੱਧਰ ਸਤਿਗੁਰਾਂ ਬਾਰੇ ਸੁਣੋ ਕਿ ਜਦੋਂ ਮਹਾਰਾਜ ਜੀ ਆ ਗਏ ਨਾ, ਭਾਰ ਚੁੱਕ ਕੇ ਲਿਆ ਕੇ ਪੰਡ ਸੁੱਟ ਦਿੱਤੀ ਥੱਲੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਤ ਦਲ ਮੈਂ ਬਹੁਤ ਬੰਦ ਨਰ ਨਾਰੀ, ਇਹਨਾਂ ਨੇ ਬੰਦੀ ਖਾਨੇ ਵਿੱਚ ਬਹੁਤ ਸਾਰੇ ਲੋਕ ਬੰਨੇ ਹੋਏ ਸੀ। ਬੜੇ ਬੜੇ ਫਕੀਰ ਬੰਨੇ ਹੋਏ ਸੀ, ਪਠਾਨ ਬੰਨੇ ਹੋਏ ਸੀ, ਤੇ ਇੱਕ ਬੰਦੀ ਖਾਨਾ ਬਣਾਇਆ ਹੋਇਆ ਸੀ। ਉੱਥੇ ਹੀ ਸਤਿਗੁਰਾਂ ਨੂੰ ਇਹਨਾਂ ਨੇ ਬੰਦੀ ਖਾਨੇ 'ਚ ਭੇਜ ਦਿੱਤਾ। ਮੁਗਲ ਤਾਂ ਚਲਾ ਗਿਆ ਉਧਰ, ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਸੇ ਬੰਦੀ ਖਾਨੇ ਵੱਲ ਭੇਜਿਆ ਜਿਸ ਬੰਦੀ ਖਾਨੇ ਵਿੱਚ ਇਹਨਾਂ ਨੇ ਬਹੁਤ ਸਾਰੇ ਬੰਦੀ ਬਣਾਏ ਹੋਏ ਸਨ। ਬਿਰਲਾਪਤ ਪ੍ਰਾਪਤ ਦੁਖ ਭਾਰੀ, ਬੰਦੀ ਖਾਨੇ 'ਚ ਪਏ ਉਹ ਬੰਦੀ ਵਿਚਾਰੇ ਵਿਰਲਾਪ ਪਏ ਕਰਦੇ ਨੇ, ਬੜਾ ਭਾਰੀ ਦੁੱਖ ਪ੍ਰਾਪਤ ਕਰਕੇ ਦੁਖੀ ਹੋ ਰਹੇ ਸਨ, ਕੁਰਲਾ ਰਹੇ ਸਨ। ਸਰਬ ਜਾਤ ਦਿਜਣੀ ਹਿੰਦਵਾਣੀ, ਉਸ ਬੰਦੀ ਖਾਨੇ 'ਚ ਤੁਰਕਾਣੀਆਂ ਵੀ ਨੇ, ਹਿੰਦਵਾਣੀਆਂ ਵੀ ਨੇ, ਬ੍ਰਾਹਮਣੀਆਂ ਇਸਤਰੀਆਂ ਵੀ ਹਨ। ਅਹੀਂ ਤੁਰਕਣੀ ਆਦ ਪਠਾਣੀ, ਤੁਰਕਣੀਆਂ ਨੇ, ਪਠਾਣਾਂ ਵੀ ਉਸ ਬੰਦੀ ਖਾਨੇ ਵਿੱਚ ਬੰਨੀਆਂ ਹੋਈਆਂ ਨੇ। ਸਭ ਕੇ ਚਾਕੀ ਧਰੀ ਅਗਾਰੀ, ਕਈ ਪਠਾਣਾਂ ਦੇ ਬੱਚੇ ਫੜ ਕੇ ਰੱਖੇ ਹੋਏ, ਉਹਨਾਂ ਸਾਰਿਆਂ ਦੇ ਅੱਗੇ ਚੱਕੀਆਂ ਰੱਖੀਆਂ ਹੋਈਆਂ, ਕਿਉਂਕਿ ਬਾਬਰ ਨਾਲ ਫੌਜ ਬੜੀ ਸੀ, ਆਟਾ ਪੀਸਣ ਦੀ ਲੋੜ ਪੈਂਦੀ ਸੀ। ਸਾਰਿਆਂ ਦੇ ਅੱਗੇ ਚੱਕੀਆਂ ਰੱਖੀਆਂ ਹੋਈਆਂ ਆਟਾ ਪੀਣ ਵਾਸਤੇ। ਦਾਨਾ ਦਰੀਏ ਬਿਨਾ ਅਵਾਰੀ, ਉਹਨਾਂ ਨੂੰ ਹੁਕਮ ਸੀ ਕਿ ਬਿਨਾਂ ਦੇਰੀ ਤੋਂ ਤੁਸੀਂ ਇਹ ਦਾਣਾ ਦਲੋ, ਇਹ ਜਿਹੜੀ ਕਣਕ ਹੈ ਇਹਨੂੰ ਦਲ ਕੇ ਆਟਾ ਬਣਾਓ। ਸ਼੍ਰੀ ਨਾਨਕ ਜਬ ਡੇਰੇ ਆਏ, ਜਦੋਂ ਸਤਿਗੁਰੂ ਜੀ ਵੀ ਉੱਥੇ ਆਏ ਨਾ ਡੇਰੇ 'ਚ, ਉਸੇ ਬੰਦੀ ਖਾਨੇ ਵਿੱਚ, ਸਿਰਪੁਰ ਤੇ ਬੋਝੇ ਉਤਰਾਏ, ਜਿਹੜੀਆਂ ਪੰਡਾਂ ਚੁੱਕੀਆਂ ਹੋਈਆਂ ਸੀ ਸਾਹਿਬ ਨੇ ਤੇ ਭਾਈ ਬਾਲਾ ਜੀ ਹੋਣਾ ਨੇ, ਉਹ ਥੱਲੇ ਲਾ ਕੇ ਰੱਖੀਆਂ। ਬੈਠਾਰੇ ਨਿਜ ਬੰਦ ਮਜਾਰੀ, ਉਸੇ ਬੰਦੀ ਖਾਨੇ ਵਿੱਚ ਭਾਈ ਬਾਲਾ ਜੀ, ਮਰਦਾਨਾ ਜੀ ਔਰ ਸਤਿਗੁਰਾਂ ਨੂੰ ਬਿਠਾ ਦਿੱਤਾ। ਦਵੈ ਚਾਕੀ ਤਬ ਆਨੀ ਭਾਰੀ, ਕਹਿੰਦੇ ਵੱਡੀਆਂ ਵੱਡੀਆਂ ਚੱਕੀਆਂ, ਦੋ ਚੰਗੇ ਭਾਰੇ ਪੁੜਾਂ ਵਾਲੀਆਂ ਪੱਥਰ ਦੇ ਚੱਕ, ਉਹ ਲਿਆ ਕੇ ਦੋ ਚੱਕੀਆਂ। ਆਗੇ ਮੇਰੇ ਅਰ ਮਰਦਾਨੇ, ਕਹਿੰਦੇ ਇੱਕ ਚੱਕੀ ਭਾਈ ਬਾਲਾ ਜੀ ਕਹਿੰਦੇ ਮੇਰੇ ਅੱਗੇ ਲਿਆ, ਇਹ ਅੱਖੀਂ ਵੇਖੀ ਕਥਾ ਸੁਣਾ ਰਹੇ ਭਾਈ ਬਾਲਾ ਜੀ। ਕਹਿੰਦੇ ਇੱਕ ਚੱਕੀ ਮੇਰੇ ਅੱਗੇ ਲਿਆ ਕੇ ਰੱਖ ਦਿੱਤੀ, ਇੱਕ ਚੱਕੀ ਭਾਈ ਮਰਦਾਨੇ ਦੇ ਮੂਹਰੇ ਰੱਖ ਦਿੱਤੀ। ਤਰੀ ਏਕ ਦੀਨੇ ਬਹੁਦਾਨੇ, ਔਰ ਰੱਖ ਕੇ ਤੇ ਦਾਣੇ ਦੇ ਦਿੱਤੇ ਸਾਨੂੰ ਬਹੁਤੇ ਦਲਣ ਵਾਸਤੇ। ਇੱਕ ਸ਼੍ਰੀ ਗੁਰੂ ਅਗਾਰੀ ਧਰ ਕੇ, ਫਿਰ ਇੱਕ ਚੱਕੀ ਹੋਰ ਲਿਆਏ ਵੱਡੀ, ਤੇ ਉਹ ਉਹਨਾਂ ਨੇ ਲਿਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਾਨਮੁਖ ਰੱਖ ਦਿੱਤੀ। ਕਯੋ ਦਰੋ ਦਾਨਾ ਦਰੁਤ ਕਰਕੇ, ਵੱਡੇ ਦਾਣੇ ਦੀ ਇੱਕ ਵੱਡੀ ਪੰਡ ਲਿਆ ਕੇ ਸਤਿਗੁਰਾਂ ਦੇ ਕੋਲ ਰੱਖ ਕੇ ਕਹਿੰਦੇ
ਦਾਣਾ ਤੁਸੀਂ ਦਲੋ। ਹਮ ਮਿਲ ਦਰਨ ਲਗੇ ਦਰੁਤ ਦਾਨਾ। ਭਾਈ ਮਰਦਾਨਾ ਤੇ ਬਾਲਾ ਜੀ ਕਹਿੰਦੇ ਅਸੀਂ ਬਹਿ ਕੇ ਦਾਣਾ ਦਲਣ ਲੱਗੇ, ਚੱਕੀ ਫੇਰਨ ਲੱਗੇ। ਕਿਉਂ ਨਰ ਨਾਰ ਕਰਤ ਤੈ ਥਾਨਾ। ਜਿਵੇਂ ਬਾਕੀ ਸਾਰੇ ਲੋਕ ਉੱਥੇ ਦਾਣਾ ਦਲ ਰਹੇ ਸੀ, ਚੱਕੀਆਂ ਚਲਾ ਰਹੇ ਸਨ। ਸ਼੍ਰੀ ਗੁਰ ਚਾਕੀ ਹੱਥ ਨ ਲਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਕਹਿੰਦੇ ਆ ਸਤ ਕਰਤਾਰ, ਸਤ ਕਰਤਾਰ। ਪਾਤਸ਼ਾਹ ਨੇ ਚੱਕੀ ਨੂੰ ਹੱਥ ਨਹੀਂ ਲਾਇਆ। ਨਿਜ ਕਰ ਸੋ ਦਾਨਾ ਮਦ ਪਾਵੇ। ਪਾਤਸ਼ਾਹ ਕੇਵਲ ਦਾਣੇ ਦੀ ਮੁੱਠ ਭਰਦੇ ਨੇ, ਔਰ ਚੱਕੀ ਦੇ ਵਿਚਕਾਰ ਜਿੱਥੇ ਕਿੱਲੀ ਹੁੰਦੀ ਹੈ ਉਹਦੇ ਵਿੱਚ ਮਹਾਰਾਜ ਜੀ ਮੁੱਠ ਭਰ ਕੇ ਦਾਣਿਆਂ ਦੀ ਪਾਉਂਦੇ ਹਨ। ਸ਼ੀਗਰ ਫਿਰੇ ਆਪਈ ਸੋਈ। ਬਿਸਮ ਬਿਲੋਕੇ ਤੇ ਸਭ ਕੋਈ। ਕਹਿੰਦੇ ਮਹਾਰਾਜ ਜੀ ਦੀ ਖੇਡ ਇਹੋ ਜੀ ਵਰਤੀ ਵੀ ਦਾਣਾ ਤਾਂ ਪਾਉਂਦੇ ਹੱਥ ਨਾਲ ਸਤਿਗੁਰੂ ਵਿੱਚ, ਚੱਕੀ ਨਹੀਂ ਫੇਰਦੇ, ਚੱਕੀ ਆਪਣੇ ਆਪ ਫਿਰੀ ਜਾਂਦੀ ਆ ਉੱਥੇ। ਸਤਿ ਸ੍ਰੀ ਅਕਾਲ। ਪ੍ਰਭਾਤ ਫੇਰੀਆਂ ਹੁੰਦੀਆਂ ਅਕਸਰ ਨਗਰਾਂ ਪਿੰਡਾਂ ਵਿੱਚ ਛੋਟੇ ਹੁੰਦਿਆਂ ਸੁਣਿਆ ਕਰਦੇ ਸਾਂ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਬਾਬਰ ਦੇ ਜੇਲ੍ਹ ਖਾਨੇ ਮਿਲਦੇ ਨੇ ਪੀਸਣ ਨੂੰ ਦਾਣੇ। ਚੱਕੀ ਤਾਂ ਬੋਲੇ ਸਤ ਕਰਤਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਕਹਿੰਦੇ ਚੱਕੀਆਂ ਆਪਣੇ ਆਪ ਫਿਰੀ ਜਾਂਦੀਆਂ ਹਨ ਤੇ ਦਾਣੇ ਪਾਤਸ਼ਾਹ ਪਾਉਂਦੇ ਆ ਭਰ ਕੇ ਵਿੱਚ, ਤੇ ਚੱਕੀ ਬੜੀ ਤੇਜ਼ੀ ਨਾਲ, ਬੜੀ ਕਾਹਲੀ ਨਾਲ ਆਪਣੇ ਆਪ ਫਿਰਦੀ। ਬਿਸਮ ਬਿਲੋਕੇ ਤੈ ਸਭ ਕੋਈ। ਜਿੰਨੇ ਸਨ ਉੱਥੇ ਸਭ ਵੇਖ ਕੇ ਹੈਰਾਨ ਹੋ ਰਹੇ ਨੇ। ਕਿਤਨੇ ਮੈਂ ਬਾਬਰ ਚੱਲ ਆਇਓ। ਇਹਨੇ ਨੂੰ ਬਾਬਰ ਵੀ ਉਧਰੋਂ ਮੁਗਲ ਗਿਆ ਸੀ ਨਾ ਬੁਲਾਣ, ਉਹਨੂੰ ਵੀ ਇੱਕ ਦਰਵੇਸ਼ ਆਏ ਨੇ ਆਪਣੇ ਪਾਸ, ਤੇ ਬਾਬਰ ਵੀ ਇੱਕਦਮ ਕਾਹਲੀ ਨਾਲ ਚੱਲ ਕੇ ਸਤਿਗੁਰਾਂ ਨੂੰ ਵੇਖਣ ਆਇਆ। ਚਰਨ ਕਮਲ ਪਰ ਸੀਸ ਨਿਵਾਇਓ। ਜਦੋਂ ਆ ਕੇ ਵੇਖਿਆ ਵੀ ਚੱਕੀ ਆਪਣੇ ਆਪ ਹੀ ਫਿਰਦੀ ਹੈ, ਬਾਬਰ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਡਿੱਗ ਪਿਆ। ਮਹਾਰਾਜ ਜੀ ਦੇ ਚਰਨਾਂ ਤੇ ਆਣ ਕੇ ਨਮਸਕਾਰ ਕੀਤੀ ਬਾਬਰ ਨੇ। ਦੋਹਰਾ ਸ਼੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਬਾਬਰ ਵੱਲ, ਤੇ ਵੇਖ ਕੇ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਦੂਸਰਾ ਸ਼ਬਦ ਉਚਾਰਨ ਕੀਤਾ ਬਾਬਰ ਬਾਣੀ ਦਾ। ਸਭ ਲੋਕਨ ਕੀ ਜਸ ਦਸ਼ਾ ਤਸ ਤਬ ਦੀਨ ਸੁਨਾਏ। ਉੱਥੇ ਜੋ ਲੋਕਾਂ ਦੀ ਦਸ਼ਾ ਸੀ ਉਹ ਮਹਾਰਾਜ ਜੀ ਨੇ ਇਸ ਸ਼ਬਦ 'ਚ ਬਿਆਨ ਕੀਤੀ ਹੈ। ਆ ਅਸ਼ਟਪਦੀ ਆ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ। ਕੱਲ ਦੀ ਕਥਾ 'ਚ ਵਿਚਾਰਾਂਗੇ। ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੈ ਧੂੜ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖਹਿ ਵੇਸ। ਇਹ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਕੱਲ ਦੀ ਕਥਾ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਅਗਨਾਸ हे पूरन हे सर्ब ਦੁਖ मैं ਭੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਤ हे गोबिंद हे गुण निधान ਜਾਂ ਕੀ ਸਦਾ ਬਬੀਤ हे अपरंपर हर हरे ਹੈ ਪੀਓ ਅਣਹਾਰ हे संतह कै सदा संग ਧਾਰਾ ਆਧਾਰ हे ठाकुर हो दासरो ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋ ਈਐ ਪਰੋਈ आए प्रभ शरणागति ਕਿਰਪਾ ਨਿਧ ਦਿਆਲ एक अखर हर